ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਤਿਕਾਰਯੋਗ ਖਾਲਸਾ ਜੀ, ਉਹ ਇੱਕ ਦੋ ਬੇਨਤੀਆਂ ਕਰਨੀਆਂ ਸਨ। ਪਹਿਲਾਂ ਤਾਂ ਆਪਾਂ ਇਸ ਗੱਲ ਤੇ ਵਿਚਾਰ ਕਰਨੀ ਸੀ ਵੀ ਜਿਹੜੇ ਕਿਸਾਨ ਨੇ ਉਹ ਬੜੇ ਔਖੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ। ਜ਼ਮੀਨ ਕਿਸਾਨ ਦੀ ਮਾਂ ਹੁੰਦੀ ਆ ਤੇ ਅੱਜ ਉਸੇ ਜ਼ਮੀਨ ਨੂੰ ਬਚਾਉਣ ਦੇ ਲਈ ਉਹ ਜ਼ਾਲਮ ਹਕੂਮਤ ਦੇ ਖਿਲਾਫ ਸੰਘਰਸ਼ ਕਰ ਰਹੇ ਨੇ। ਤੇ ਉਦੋਂ ਹਾਲਾਤ ਹੋਰ ਵੀ ਜ਼ਿਆਦਾ ਦਰਦਨਾਕ ਹੋ ਜਾਂਦੇ ਨੇ, ਦੁਖਦਾਈ ਹੋ ਜਾਂਦੇ ਨੇ ਜਦੋਂ ਆਪਾਂ ਦੇਖਦੇ ਹਾਂ ਵੀ ਜਦੋਂ ਅਸੀਂ ਗੋਰਿਆਂ ਦੇ ਗੁਲਾਮ ਸਾਂ ਉਦੋਂ ਇਹ ਇਦਾਂ ਦੇ ਹੀ ਕੁਝ ਖੇਤੀ ਕਾਨੂੰਨ, ਮਾਰੂ ਕਾਨੂੰਨ ਬਣੇ ਜਿਨ੍ਹਾਂ ਤੋਂ ਨਿਜਾਤ ਪਾਉਣ ਦੇ ਲਈ ਤਕਰੀਬਨ 9 ਮਹੀਨੇ ਮੋਰਚਾ ਚੱਲਿਆ। ਤੇ ਅੱਜ ਜਿਸ ਦੇਸ਼ ਵਿੱਚ ਅਸੀਂ ਆਪਣੇ ਆਪ ਨੂੰ ਆਜ਼ਾਦ ਮੰਨਦੇ ਹਾਂ, ਜਿਸ ਦੇਸ਼ ਦੇ ਵਿੱਚ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਜਾਂਦਾ ਆ, ਅੱਜ ਉਸ ਦੇਸ਼ ਦੇ ਵਿੱਚ ਚਾਹੇ ਉਹ ਪੰਜਾਬ ਦਾ ਕਿਸਾਨ ਹੋਵੇ, ਹਰਿਆਣੇ ਦਾ ਕਿਸਾਨ ਹੋਵੇ, ਯੂਪੀ ਦਾ ਹੋਵੇ, ਬਿਹਾਰ ਦਾ ਹੋਵੇ, ਰਾਜਸਥਾਨ ਦਾ ਹੋਵੇ ਜਾਂ ਹਿੰਦੁਸਤਾਨ ਦੇ ਕਿਸੇ ਵੀ ਹੋਰ ਜਿਹੜਾ ਪ੍ਰਦੇਸ਼ ਦਾ ਹੋਵੇ, ਉਹ ਸਾਰੇ ਦੇ ਸਾਰੇ ਉੱਥੇ ਰਲ ਮਿਲ ਬੈਠ ਕੇ ਸੰਘਰਸ਼ ਕਰ ਰਹੇ ਨੇ। ਤੇ ਇਹ ਜ਼ਾਲਮ ਹਕੂਮਤ ਜਿਹੜੀ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦੇ ਰਹੀ ਸੀ, ਇਹਦੀ ਧੌਣ ਦੇ ਵਿੱਚ ਐਸਾ ਕੀਲਾ ਅੜਿਆ ਹੋਇਆ ਬਈ 9 ਮਹੀਨੇ ਪੂਰੇ ਹੋਣ 'ਚ ਹੁਣ ਬਹੁਤਾ ਕੋਈ ਟਾਈਮ ਨਹੀਂ ਰਹਿ ਗਿਆ। ਸੋ ਸਮਝ ਨਹੀਂ ਆਉਂਦੀ ਉਸ ਗੋਰਿਆਂ ਦੇ ਰਾਜ ਨੂੰ ਚੰਗਾ ਕਹੀਏ ਜਾਂ ਇਹਨਾਂ ਦੇ ਰਾਜ ਨੂੰ ਮਾੜਾ ਕਹੀਏ, ਕਿਉਂਕਿ ਸੰਘਰਸ਼ ਉਹਨਾਂ ਨਾਲੋਂ ਲੰਬੇਰਾ ਖਿੱਚਦਾ ਹੋਇਆ ਨਜ਼ਰ ਆ ਰਿਹਾ। ਖੈਰ, ਜਦੋਂ ਇੰਨੇ ਔਖੇ ਹਾਲਾਤਾਂ ਦੇ ਵਿੱਚ ਕਿਸਾਨ ਸੰਘਰਸ਼ ਕਰ ਰਹੇ ਨੇ ਤਾਂ ਉੱਥੇ ਵੀ ਇਹ ਕੁੱਤੇ ਕਾਮਰੇਡ ਬਕਵਾਸਬਾਜ਼ੀ ਕਰਨ ਤੋਂ, ਘਿਨਾਉਣੀਆਂ ਚਾਲਾਂ ਤੋਂ ਬਾਜ਼ ਨਹੀਂ ਆਉਂਦੇ। ਪਹਿਲਾਂ ਵੀ ਇਹਨਾਂ ਨੇ ਇੱਕ ਵਾਰੀ ਘਿਨਾਉਣੀ ਹਰਕਤ ਕੀਤੀ ਜਦੋਂ 450 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਸੀ ਤੇ ਲੋਕਾਂ ਵਿੱਚ ਆਕਰੋਸ਼ ਸੀ। ਉਸ ਲੋਕਾਂ ਦੇ ਦਰਦ ਨੂੰ, ਇਮੋਸ਼ਨ ਨੂੰ ਯੂਜ਼ ਕਰਨ ਦੀ ਇਹਨਾਂ ਨੇ ਇੱਕ ਨਾਪਾਕ ਕੋਸ਼ਿਸ਼ ਕੀਤੀ ਤੇ ਕਿਸਾਨਾਂ ਦੇ ਨਾਂ ਤੇ ਇਕੱਠ ਕਰਕੇ ਆਪਣੇ ਇੱਕ ਕੁੱਤੇ, ਜਿਹਨੂੰ ਸਿੰਘਾਂ ਨੇ ਕੁੱਤੇ ਦੀ ਮੌਤ ਮਾਰਿਆ, ਬਲਦੇਵ ਮਾਨ, ਉਹਨੂੰ ਸ਼ਹੀਦ ਬਣਾਉਣ ਤੁਰ ਪਏ। ਤੇ ਇਹ ਗੱਲ ਕਹਿਤੀ ਵੀ ਸੋਨੀਆ ਮਾਨ ਨੇ ਆਪਣੇ ਪਿਓ ਦੀ ਬਰਸੀ ਰੱਖੀ। ਪਰ ਮਹਾਰਾਜ ਸਾਹਿਬ ਨੇ ਦਇਆ ਕੀਤੀ ਵੀ ਜਦੋਂ ਇਹਨਾਂ ਨੂੰ ਫੋਨ ਲਾਏ ਤਾਂ ਸੋਨੀਆ ਮਾਨ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ। ਉਹ ਕਹਿੰਦੀ ਮੈਂ ਪੀ ਦੀ ਯਾਦ ਮਨਾ ਰਹੀ ਸੀ, ਫੇਰ ਕਹਿੰਦੀ ਮੈਂ ਬਰਸੀ ਮਨਾ ਰਹੀ ਸੀ, ਫੇਰ ਕਹਿੰਦੀ ਮੈਂ ਕਿਸਾਨਾਂ ਨੂੰ ਸਮਰਪਿਤ ਸੀ। ਤੇ ਜਿਹੜਾ ਹਰ ਭਗਵਾਨ ਭਿੱਖੀ ਸੀ ਉਹ ਕਹਿੰਦਾ ਸਾਰੇ ਕਾਮਰੇਡਾਂ ਦੀ ਯਾਦ ਮਨਾ ਰਹੇ ਸੀ। ਤੇ ਰੌਲਦੂ ਮਾਨਸਾ ਨੂੰ ਜਦੋਂ ਪੁੱਛਿਆ ਵੀ ਤੂੰ ਕਸੀਦੇ ਪੜ੍ਹ ਕੇ ਆ ਗਿਆ ਬਲਦੇਵ ਮਾਨ ਦੇ, ਤੈਨੂੰ ਨਹੀਂ ਪਤਾ ਵੀ ਉਹ ਸਰਕਾਰ ਦਾ ਟੌਟ ਸੀ, ਜੇਬ ਕਤਰਾ ਸੀ ਤੇ ਸਿੰਘਾਂ ਹੱਥੋਂ ਕੁੱਤੇ ਦੀ ਮੌਤ ਮਰਿਆ। ਤੇ ਫਿਰ ਰੌਲਦੂ ਮਾਨਸਾ ਕਹਿੰਦਾ ਮੈਂ ਤਾਂ ਉਹਨੂੰ ਜਾਣਦਾ ਹੀ ਨਹੀਂ ਸੀ, ਮੈਂ ਤੇ ਇੱਕ ਕਿਤਾਬ ਦੇਖ ਕੇ ਹੀ ਉਹਦੇ ਕਸੀਦੇ ਪੜ੍ਹਿਆ ਆ। ਤੇ ਜਦੋਂ ਉਸ ਕਿਤਾਬ ਦੇ ਜਿਹਨੇ ਛਾਪੀ ਆ ਹਰ ਭਗਵਾਨ ਭਿੱਖੀ, ਉਹਨੂੰ ਸਵਾਲ ਕੀਤਾ ਵੀ ਜੇ ਬਲਦੇਵ ਮਾਨ ਦੀ ਯਾਦ 'ਚ ਇੰਨਾ ਇਕੱਠ ਹੋਇਆ ਤੇ ਇਕੱਠ 2019, 18, 17, 16, 15 ਕਿਉਂ ਨਾ ਹੋਇਆ? ਤੇ ਉਹਨੂੰ ਕੋਈ ਜਵਾਬ ਨਹੀਂ ਆਇਆ। ਜੇ ਉਹਨੂੰ ਕਾਮਰੇਡੀ ਵਿਚਾਰਧਾਰਾ ਤੇ ਸਵਾਲ ਕੀਤੇ ਤਾਂ ਉਹਨੂੰ ਕੋਈ ਜਵਾਬ ਨਹੀਂ ਆਇਆ। ਅੱਜ ਵੀ ਰਿਕਾਰਡਿੰਗਾਂ ਜਿਹੜੀਆਂ ਨੇ ਉਹ ਨੈਟ ਦੇ ਉੱਤੇ ਮੌਜੂਦ ਨੇ, ਏਕ ਨੂੰ ਰੇਡੀਓ ਦੇ ਪੇਜ ਦੇ ਉੱਤੇ ਮੌਜੂਦ ਆ, ਸੁਣੀਆਂ ਜਾ ਸਕਦੀਆਂ। ਫਿਰ ਇਹਨਾਂ ਨੇ ਹੋਰ ਵੀ ਘਿਨਾਉਣੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਸ਼੍ਰੀ ਨਿਸ਼ਾਨ ਸਾਹਿਬ ਜੀ ਦੇ ਖਿਲਾਫ ਬਕਵਾਸਬਾਜ਼ੀ ਸ਼ੁਰੂ ਕਰ ਦਿੱਤੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਕਵਾਸ ਕੀਤੀ। ਤੇ ਜਦੋਂ ਫੋਨ ਲਾਇਆ ਤੇ ਫਿਰ ਇਹਨਾਂ ਨੂੰ ਕੋਈ ਗੱਲ ਨਹੀਂ ਸੀ ਆਈ। ਉਹ ਵੀ ਰਿਕਾਰਡਿੰਗ ਏਕ ਨੂਰ ਦੇ ਪੇਜ ਦੇ ਉੱਤੇ ਮੌਜੂਦ ਆ। ਖੈਰ, ਹੁਣ ਰੌਲਦੂ ਮਾਨਸਾ ਨੇ ਜੋ ਬਕਵਾਸ ਕੀਤੀ ਆ ਉਹਦੇ ਉੱਤੇ ਆਪਾਂ ਥੋੜੀ ਜਿਹੀ ਵਿਚਾਰ ਕਰਨੀ ਆ। ਵੈਸੇ ਤਾਂ ਮੇਰੇ ਖਿਆਲ ਨਾਲ ਜਿੰਨੀ ਕੁੱਤੇ ਖਾਣੀ ਰੌਲਦੂ ਮਾਨਸਾ ਤੇਰੀ ਹੋਈ ਆ, ਤੈਨੂੰ ਚੋਲੀ ਦੇ ਵਿੱਚ ਨਾ ਨੱਕ ਡਬੋ ਕੇ ਤੇ ਮਰ ਜਾਣਾ ਚਾਹੀਦਾ ਆ, ਕਿਉਂਕਿ ਇੰਨੀ ਕਿਸੇ ਕੁੱਤੇ ਨਾ ਹੋ ਜਾਵੇ ਤੇ ਉਹ ਮਰ ਜਾਂਦਾ। ਖੈਰ, ਤੈਨੂੰ ਚਲੋ ਇੰਨਾ ਕੁ ਤਾਂ ਸਮਝ ਆ ਗਿਆ ਉਹ ਵੀ ਬਾਬਾ ਜਰਨੈਲ ਸਿੰਘ ਸਾਹਿਬ ਹੁਣਾਂ ਨੂੰ ਦੁਨੀਆ ਕਿੰਨਾ ਪਿਆਰ ਕਰਦੀ ਆ। ਮੈਂ ਇਸ ਲਈ ਨਹੀਂ ਪਹਿਲਾਂ ਬੋਲਿਆ ਕਿਉਂਕਿ ਤੈਨੂੰ ਅਸੀਂ ਫੋਨ ਲਾ ਰਹੇ ਸੀ ਤੇ ਦਿਲ 'ਚ ਸੀ ਵੀ ਸਾਡਾ ਇੱਕ ਵਾਰੀ ਫੋਨ ਚੱਕ ਲੈ ਤੇ ਤੈਨੂੰ ਫੇਰ ਪੁੱਛਦੇ ਆ ਵੀ ਦੱਸ ਬਾਬਾ ਜਰਨੈਲ ਸਿੰਘ ਸਾਹਿਬ ਹੁਣਾਂ ਨੇ ਕੀ ਇਹੋ ਜਿਹਾ ਗਲਤ ਕੀਤਾ ਸੀ ਜਿਹਦਾ ਕਰਕੇ ਤੂੰ ਭੌਂਕਿਆ, ਪਰ ਤੂੰ ਸਾਡਾ ਫੋਨ ਨਹੀਂ ਚੱਕਿਆ। ਖੈਰ, ਮੈਂ ਸਮਝ ਸਕਦਾ ਤੂੰ ਫੋਨ ਕਿਉਂ ਨਹੀਂ ਚੱਕਿਆ, ਤੇਰੀ ਕਿਉਂਕਿ ਅੱਜ ਕੁੱਤੇ ਖਾਣੀ ਬਹੁਤ ਹੋ ਰਹੀ ਆ। ਖੈਰ, ਕੋਈ ਗੱਲ ਨਹੀਂ, ਜਦੋਂ ਤੇਰਾ ਕਿਤੇ ਮਨ ਬਣਿਆ, ਨਾ ਮਲਕੀਤ ਸਿੰਘ ਬਦਲਿਆ ਨਾ ਏਕ ਨੂੰ ਰੇਡੀਓ ਬਦਲਿਆ,
ਜਦੋਂ ਤੇਰਾ ਕਿਤੇ ਸਮਾਂ ਬਣਿਆ ਤੂੰ ਸਾਨੂੰ ਕਾਲ ਕਰ ਲਈ। ਉਹਦਾ ਤੇਰੀ ਔਕਾਤ ਨਹੀਂ ਆ ਸਾਨੂੰ ਫੋਨ ਕਰਨ ਦੀ, ਪਰ ਫਿਰ ਵੀ ਜੇ ਕਿਤੇ ਹੋਇਆ ਤਾਂ ਕਰ ਲਈ, ਕੋਈ ਗੱਲ ਨਹੀਂ। ਨਾ ਤੇਰੇ ਨਾਲ ਕੱਲ ਕੋਈ ਮਿਸਬਿਹੇਵ ਕੀਤਾ ਸੀ, ਨਾ ਅੱਜ ਕਰਾਂਗੇ। ਪਹਿਲੀ ਵੀ ਜਦੋਂ ਤੈਨੂੰ ਕਾਲ ਕੀਤੀ ਦਲੀਲ ਦੇ ਨਾਲ ਗੱਲ ਕੀਤੀ, ਅੱਜ ਵੀ ਤੇਰੇ ਨਾਲ ਦਲੀਲ ਨਾਲ ਗੱਲ ਕਰਾਂਗੇ। ਖੈਰ ਆਪਾਂ ਅੱਗੇ ਤੁਰਦੇ ਆਂ। ਤੂੰ ਇਹ ਗੱਲ ਕਹੀ ਆ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ 25,000 ਮੁੰਡਾ ਮਰਵਾਤਾ। ਤੇ ਰੌਲਦੂ ਮਾਨਸਾ ਪਹਿਲੋਂ ਇਹ ਗੱਲ ਤੂੰ ਸਮਝ ਲੈਂਦਾ ਬਈ ਜੈਸ ਮਰਦ ਦੇ ਮਗਰ ਪੰਜਾਬ ਦਾ 25,000 ਮੁੰਡਾ ਆਪਣਾ ਸੀਸ ਵਾਰ ਗਿਆ, ਤੇ ਉਹਨੂੰ ਜਿਹੜੇ ਨੌਜਵਾਨ ਪਿਆਰ ਕਿੰਨਾ ਕਰਦੇ ਹੋਣਗੇ। ਕਿਉਂਕਿ ਅੱਜ ਤੱਕ ਤੁਹਾਡੇ ਵਿੱਚ ਜਿਹਨੂੰ ਤੁਸੀਂ ਆਪਣਾ ਪਿਤਾਮਾ ਬਣਾ ਕੇ ਬੈਠੇ ਹੋ, ਉਸ ਜੇਬ ਕਤਰੇ ਸਰਕਾਰ ਦੇ ਟੌਟ ਬਲਦੇਵ ਮਾਨ ਨੂੰ ਉਹਦੀ ਕਿਤਾਬ ਪੜ੍ਹ ਲਈ, ਜਿਹੜੀ ਕਿਤਾਬ ਨੂੰ ਪੜ੍ਹ ਕੇ ਤੂੰ ਕਹਿੰਦਾ ਸੀ ਮੈਂ ਕਸੀਦੇ ਪੜ੍ਹ ਕੇ ਆਇਆ, ਉਸੇ ਵਿੱਚ ਹੀ ਉਹਨੂੰ ਜੇਬ ਕਤਰਾ ਲਿਖਿਆ। ਤੇ ਉਹਦੇ ਵਿੱਚ ਹੀ ਲਿਖਿਆ ਵੀ ਜਦੋਂ ਘਰ ਵਾਲੀ ਕੋ ਗਿਆ ਤੇ ਕਹਿੰਦਾ ਇਦਾਂ ਕਰ ਆਲੂਆਂ ਵਾਲੇ ਪਰੌਂਠੇ ਲਾ ਦੇ। ਉਹ ਕਹਿੰਦੀ ਕਾਹਦੇ ਲਈ? ਕਹਿੰਦਾ ਹੁਣ ਵੋਟਾਂ 'ਚ ਮੈਂ ਮੰਤਰੀ ਬਣ ਜਾਣਾ, ਮੈਂ ਵੋਟਾਂ 'ਚ ਖੜਾ ਆ। ਪਤਾ ਉਦੋਂ ਲੱਗਾ ਜਦੋਂ ਭਾਂਡੇ ਖੁੱਲੇ ਵੋਟਾਂ ਵਾਲੇ, ਤੇ ਨੀਟੂ ਸ਼ਟਰਾਂ ਵਾਲੀ ਹੋਈ ਸੀ, ਉਹਦੇ ਨਾਲ ਜ਼ਮਾਨਤ ਜ਼ਬਤ ਹੋਈ ਸੀ। ਜਿਹਨੂੰ ਤੇ ਸੋਨੀਆ ਮਾਨ ਬੜਾ ਹੁੱਬ ਕੇ ਕਹਿੰਦੀ ਮੇਰੇ ਪਾਪਾ ਨੂੰ ਵੋਟਾਂ ਸਭ ਤੋਂ ਵੱਧ ਪਈਆਂ ਸੀ। ਉਸ ਅਨਪੜ੍ਹ ਨੂੰ ਇੰਨਾ ਨਹੀਂ ਪਤਾ ਵੀ ਜਿਹਨੂੰ ਵੋਟਾਂ ਸਭ ਤੋਂ ਵੱਧ ਪਈਆਂ ਹੁਣ ਮੰਤਰੀ ਬਣਦਾ, ਜ਼ਮਾਨਤਾਂ ਨਹੀਂ ਜ਼ਬਤ ਹੁੰਦੀਆਂ। ਰੌਲਦੂ ਮਾਨਸਾ ਜਾ ਕੇ ਦੇਖ ਲਈ, ਜਿੰਨੇ ਸਿਰ ਤੂੰ ਆਪ ਕਿਹਾ ਬਾਬਾ ਜਰਨੈਲ ਸਿੰਘ ਸਾਹਿਬ ਦੇ ਪਿੱਛੇ ਨੌਜਵਾਨਾਂ ਨੇ ਵਾਰੇ ਆ, ਇੰਨੀਆਂ ਅੱਜ ਤੱਕ ਤੁਹਾਨੂੰ ਕਦੇ ਵੋਟਾਂ ਨਹੀਂ ਪਈਆਂ ਜਿੰਨੇ ਉਹਦੇ ਮਗਰ ਸਿਰ ਵਾਰ ਦਿੱਤੇ ਨੇ। ਆ ਹੁਣ ਜੇ ਤੂੰ 25,000 ਮੁੰਡੇ ਦੇ ਨਾ ਸ਼ਹੀਦੀ ਦੇ ਉੱਤੇ ਪਿੱਟੀ ਜਾਂਦਾ, ਕਿਉਂਕਿ ਤੁਹਾਨੂੰ ਬੁਰਕੀ ਸੈਂਟਰ ਵੱਲੋਂ ਪਈ ਆ ਬਈ ਤੁਸੀਂ ਚਾਹੁੰਦੇ ਹੋ ਵੀ ਜਿਹੜੀਆਂ ਸ਼ਹਾਦਤਾਂ ਅਸੀਂ ਸਿਰ ਚੱਕ ਕੇ ਦਿੱਤੀਆਂ ਸੀ, ਤੁਸੀਂ ਸਾਨੂੰ ਅੱਜ ਇਸ ਤਰੀਕੇ ਨਾਲ ਬਣਾ ਕੇ ਪੇਸ਼ ਕਰਦੇ ਹੋ ਵੀ ਸਿੱਖ ਕੌਮ ਖਰੇ ਉਹ ਸ਼ਹਾਦਤਾਂ ਤੋਂ ਡਰ ਗਈ ਆ। ਤੈਨੂੰ ਮੈਂ ਦੱਸਦਾ ਅਸੀਂ ਸ਼ਹਾਦਤਾਂ ਤੋਂ ਬਾਅਦ ਦਿਨ ਕਿੱਦਾਂ ਮਨਾਈਦੇ ਆ, ਤੇ ਨਾਲ ਮੈਂ ਤੈਨੂੰ ਗੁਰੂ ਸਾਹਿਬ ਦਾ ਇਤਿਹਾਸ ਸਾਰਾ ਦਰੜ ਕਰਵਾ ਦਿੰਦਾ। ਆ ਜਾ ਮੇਰੇ ਨਾਲ, ਖੋਪੜ ਖੋਲ ਕੇ ਸੁਣ ਲੈ। ਵੈਸੇ ਇੱਕ ਗੱਲ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੈਨੂੰ ਤੇਰੀ ਗੱਲ ਦੱਸ ਦਿਆਂ। ਕੀਤਾ ਤੁਸੀਂ ਵੀ ਪਹਿਲਾਂ ਹਥਿਆਰਬੰਦ ਸੰਘਰਸ਼ ਹੀ ਸ਼ੁਰੂ ਸੀਗਾ, ਪਰ ਜਦੋਂ ਤੁਹਾਡੀਆਂ ਨਾਲ ਲਾਲ ਨੀਕਰਾਂ ਦੇ ਉੱਤੇ ਵੱਜੇ ਨਾ ਪਟੇ, ਫਿਰ ਤੁਸੀਂ 2 ਸਾਲਾਂ ਦੇ ਵਿੱਚ ਹੀ ਹਿੰਦੁਸਤਾਨੀ ਬਣ ਗਏ ਸੀ। ਪਹਿਲਾਂ ਤੁਸੀਂ ਵੀ ਜਿਹੜੇ ਸੀ ਚਿੱਠੀਆਂ ਲਿਖਦੇ ਸੀ ਵੀ ਸਾਡਾ ਰਾਜ ਹੋਣਾ ਚਾਹੀਦਾ। ਜਰਾ ਕਿ ਆਪਣੀ ਕਮਿਊਨਿਸਟ ਵਿਚਾਰਧਾਰਾ ਨੂੰ ਪੜ੍ਹ ਲਈ ਮੇਰਾ ਵੀਰ, ਤੇ ਇਹ ਵੀ ਦੇਖ ਲਈ ਆ ਜਿਹੜੀ ਤੇਰੀ ਹੈ ਨਾ ਉਹ ਤੁਹਾਡੀ ਦੀਦੀ ਮਮਤਾ ਬੈਨਰਜੀ, ਉਹ ਕਿੱਥੋਂ ਨਿਕਲ ਕੇ ਆਈ ਹੋਈ ਆ। ਸੋ ਸਾਰਾ ਇੱਕ ਵਾਰੀ ਪੜ੍ਹ ਲਈ। ਖੈਰ ਆਇਆ ਮੈਂ ਤੈਨੂੰ ਸਿੱਖਾਂ ਦਾ ਇਤਿਹਾਸ ਦਰੜ ਕਰਵਾਵਾਂ। ਗੁਰੂ ਮਹਾਰਾਜ ਕਿਰਪਾ ਕਰਨ, ਅੱਜ ਬਹੁਤ ਸਾਰੇ ਨੇ ਹੋਰ ਵੀ, ਚਾਹੇ ਰਾਧਾ ਸੁਆਮੀ ਹੋ ਗਏ ਜਾਂ ਹੋਰ ਵੀ ਬਹੁਤ ਸਾਰੇ ਹੋ ਗਏ, ਜਿਹੜੇ ਕਹਿ ਦਿੰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਿਧਾਂਤ ਵੱਖਰੇ ਵੱਖਰੇ ਨੇ। ਆ ਪਹਿਲਾਂ ਮੈਂ ਤੈਨੂੰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਸਿਧਾਂਤ ਦ੍ਰਿੜ ਕਰਵਾਵਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਐਤ ਮਾਰਗ ਪੈਰ ਧਰੀਜੈ, ਸਰ ਦੀਜੇ ਕਾਣ ਨਾ ਕੀਜੇ। ਮਹਾਰਾਜ ਸਾਹਿਬ ਜੀ ਦੇ ਘਰੇ ਕੋਈ ਲਾਲਚ ਨਹੀਂ ਦਿੱਤਾ ਜਾਂਦਾ। ਗੁਰੂ ਨਾਨਕ ਦੇ ਘਰੇ ਵੀ ਮੈਂ ਤੁਹਾਨੂੰ ਜ਼ਿੰਦਗੀਆਂ ਦਊਂਗਾ, ਤੁਹਾਨੂੰ ਮੈਂ ਕੋਠੀਆਂ ਕਾਰਾਂ ਦਊਂਗਾ। ਮਹਾਰਾਜ ਪਹਿਲੋਂ ਕਹਿੰਦੇ ਨੇ ਧਰਮ ਲਈ ਸੀਸ ਵਾਰੇਗਾ। ਜਾ ਕੇ ਪੜ੍ਹ ਲਈ ਇਤਿਹਾਸ, ਜਦੋਂ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਦੀਨ ਦਿਆਲ ਜੀ ਨੇ ਪਹਿਲਾਂ ਪੰਜਾਂ ਦੇ ਸਿਰ ਵੱਢੇ, ਤੇ ਵੱਢ ਕੇ ਫਿਰ ਅੰਮ੍ਰਿਤ ਦੀ ਦਾਤ ਬਖਸ਼ ਕੇ ਫਿਰ ਸੱਚੇ ਪਾਤਸ਼ਾਹ ਨੇ ਸਾਡੇ ਦਾਤ ਝੋਲੀ 'ਚ ਪਾਈ ਆ। ਇੱਕ ਸਿੱਖ, ਦੋਏ ਸੰਗਤੀ, ਪੰਜੀ ਪਰਮੇਸ਼ਵਰ। ਦੁਬਾਰਾ ਸੁਣ ਲੈ ਰੁਲਦੂ ਖੋਪੜ ਖੋਲ ਕੇ, ਇੱਕ ਸਿੱਖ, ਦੋਏ ਸੰਗਤੀ, ਪੰਜੀ ਪਰਮੇਸ਼ਵਰ। ਤੇ ਅੱਜ ਵੀ ਖਾਲਸਾ ਜਿਹੜਾ ਪਰਮੇਸ਼ਵਰ ਦੀ ਨਿਆਈ, ਭਾਵੇਂ ਹਿੰਦੁਸਤਾਨ ਦੇ ਵਿੱਚ ਦਿੱਲੀ ਦੇ ਵਿੱਚ ਸਾਡਾ ਕਤਲੇਆਮ ਹੋਇਆ, ਪਰ ਦੀਨ ਦਿਆਲ ਜੀ ਕਿਰਪਾ ਕਰਨ, ਰੁੱਖਾਂ ਤੋਂ ਬਾਅਦ ਸਿੱਖਾਂ ਨੇ ਅੱਜ ਔਖੇ ਟਾਈਮ ਦੇ ਵਿੱਚ ਆਕਸੀਜਨ ਵਰਤਾ ਕੇ ਉਹਨਾਂ ਨੂੰ ਸਾਹ ਲੈਣ ਜੋਗੇ ਕੀਤਾ ਆ। ਆ ਜਾ ਹੁਣ ਮੈਂ ਤੈਨੂੰ ਅੱਗੇ ਦੱਸਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚੜ੍ਹ ਕੇ ਆਏ ਬਾਹਮਣ, ਕਹਿੰਦੇ ਜੰਜੂ ਪਾਉਣਾ। ਮਹਾਰਾਜ ਸਾਹਿਬ ਜੀ ਨੇ ਵਗਾ ਕੇ ਮਾਰਿਆ, ਜੰਜੂ ਨਹੀਂ ਪਾਇਆ, ਕਿਉਂਕਿ ਮਹਾਰਾਜ ਦੇ ਘਰ ਦਾ ਸਿਧਾਂਤ ਆ, ਜਿਹੜਾ ਚੜ੍ਹ ਕੇ ਆਇਆ ਉਹ ਲਈ ਤੇਗ ਆ, ਜਿਹੜਾ ਝੁੱਕ ਕੇ ਆਇਆ ਉਹ ਲਈ ਦੇਗ ਆ। ਹੁਣ ਤੇਗ ਸੁਣ ਲੈ, ਦੇਗ ਮੈਂ ਤੈਨੂੰ ਅੱਗੇ ਜਾ ਕੇ ਸੁਣਾਉਣਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਦੀਨ ਦਿਆਲ ਜੀ। ਉਸ ਤੋਂ ਅੱਗੇ ਚੰਦੂ ਬਾਹਮਣ ਪੰਚਮ ਪਾਤਸ਼ਾਹ ਨੂੰ ਸ਼ਹੀਦ ਕਰਾਉਂਦਾ, ਦੀਨ ਦਿਆਲ ਜੀ ਦੇ ਸਿਰ ਤੇ ਤੱਤੀ ਰੇਤਾ ਪਾਉਂਦਾ,
ਤੇ ਸੱਚੇ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਸਾਹਿਬ ਜੀ ਦੇ ਸਿਧਾਂਤਾਂ ਦੇ ਉੱਤੇ ਮਹਾਰਾਜ ਸਾਹਿਬ ਜੀ ਮੋਹਰ ਲਾਉਂਦੇ ਹੋਏ ਸਿੱਖਾਂ ਨੂੰ ਪੱਕੇ ਕਰਦੇ ਹੋਏ, ਕਿਉਂਕਿ ਪਹਿਲੇ ਪੰਜਾਂ ਜਾਮਾਂ ਵਿੱਚ ਸਤਿਗੁਰੂ ਸਾਹਿਬ ਜੀ ਨੇ ਸਹਿਜ ਬਖਸ਼ਿਆ ਗੁਰਬਾਣੀ ਦਾ ਸਹਿਜ ਬਖਸ਼ਣ ਤੋਂ ਬਾਅਦ ਜਿਹੜੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਬਾਰ ਸਾਹਿਬ ਦਾ ਨਿਰਮਾਣ ਕਰਾਇਆ। ਉੱਥੇ ਅੱਜ ਸੱਚੇ ਪਾਤਸ਼ਾਹ ਜੀ ਨੇ 2 ਕਿਰਪਾਨਾਂ ਧਾਰਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਵਾ ਦਿੱਤੀ। ਇੱਥੇ ਹੁਣ ਖੋਪੜ ਖੋਲ ਕੇ ਪਹਿਲਾਂ ਭੇਦ ਸੁਣ, ਕਿਰਪਾਨਾਂ ਪਹਿਲਾਂ ਵੀ ਸੀ, ਇੱਥੇ ਤਲਵਾਰਾਂ ਮੌਜੂਦ ਸੀਗੀਆਂ, ਪਰ ਜੇ ਕਿਸੇ ਦੇ ਹੱਥ 'ਚ ਗਈਆਂ ਤੇ ਹੰਕਾਰੀ ਹੋ ਗਏ। ਕਹਿੰਦੇ ਹੁਣ ਪਾਵਰ ਸਾਡੇ ਹੱਥ 'ਚ ਆ ਗਈ ਆ ਤੇ ਗਰੀਬਾਂ ਨੂੰ ਮਾਰ ਦਿਓ, ਕੁਚਲ ਦਿਓ, ਜਿੱਦਾਂ ਕੁੱਤਿਓ ਕਾਮਰੇਡੋ ਤੁਸੀਂ ਕਰਦੇ ਹੋ। ਦੁਨੀਆ ਦੇ ਵਿੱਚ 1.3 ਮਿਲੀਅਨ ਲੋਕ ਤੁਸੀਂ ਸਿਰਫ ਇਸ ਲਈ ਮਾਰ ਦਿੱਤੇ ਜਦੋਂ ਤੁਹਾਡੇ ਹੱਥ 'ਚ ਪਾਵਰ ਆਈ, ਕਿਉਂਕਿ ਉਹ ਲੋਕ ਧਰਮ ਨੂੰ ਮੰਨਦੇ ਨੇ ਤੇ ਉਹ ਲੋਕ ਖੁਦ ਮੁਖਤਿਆਰੀ ਦਾ ਹੱਕ ਤੁਹਾਡੇ ਕੋਲੋਂ ਮੰਗਦੇ ਸੀ। ਤੁਸੀਂ ਜਿਹੜੇ ਵੀ ਮੁਲਕ ਦੇ ਵਿੱਚ ਗਏ ਹੋ, ਉਜਾੜ ਪਾ ਦਿੱਤੀ ਉੱਥੇ। ਉੱਲੂ ਤੋਂ ਬਾਅਦ ਜੇ ਉਜਾੜ ਦੀ ਨਿਆਈ ਕਿਸੇ ਨੂੰ ਮੰਨਿਆ ਜਾਂਦਾ ਤਾਂ ਤੁਹਾਨੂੰ ਮੰਨਿਆ ਜਾਂਦਾ। ਇਸੇ ਲਈ ਜਦੋਂ ਅੱਜ ਬੱਚੇ ਆ ਉਹਨਾਂ ਨੂੰ ਤੁਸੀਂ ਬਾਹਰਲੇ ਦੇਸ਼ਾਂ 'ਚ ਭੇਜਦੇ ਹੋ ਤੇ ਲੋਕਤੰਤਰੀ ਦੇਸ਼ਾਂ ਦੇ ਵਿੱਚ ਭੇਜਦੇ ਹੋ, ਕਿਸੇ ਕਾਮਰੇਡੀ ਦੇਸ਼ਾਂ ਦੇ ਵਿੱਚ ਨਹੀਂ ਭੇਜਦੇ। ਜਿਹਦੀ ਬੁੱਕ ਕਹਿੰਦਾ ਕਿ ਨਹੀਂ, ਮੈਂ ਬੁੱਕ ਪੜ੍ਹ ਕੇ ਤੇ ਬਲਦੇਵ ਮਾਨ ਦੇ ਕਸੀਦੇ ਪੜ੍ਹੇ, ਉਹ ਜਿਹਨੇ ਪ੍ਰਕਾਸ਼ਿਤ ਕੀਤੀ ਉਹਦੀ ਆਪਦੀ ਧੀ ਕੈਨੇਡਾ 'ਚ ਪੜ੍ਹਦੀ ਆ, ਉਹਨੂੰ ਉਹਨੇ ਚੀਨ ਤੇ ਜਾਂ ਫਿਰ ਜਿਹੜਾ ਸੀ ਕੋਰੀਆ ਨਹੀਂ ਭੇਜਿਆ, ਕੈਨੇਡਾ 'ਚ ਭੇਜਿਆ। ਆ ਜਾ ਮੈਂ ਤੈਨੂੰ ਅੱਗੇ ਹੁਣ ਦ੍ਰਿੜ ਕਰਵਾਉਣਾ। ਪਿੱਛੇ ਜਿਹੜੀ ਤਲਵਾਰ ਸੀ, ਜਿਹੜੀ ਹੰਕਾਰ ਰੂਪ ਹੋਈ ਸੀ, ਜਦੋਂ ਮਹਾਰਾਜ ਸਾਹਿਬ ਜੀ ਦੇ ਗੁਰਬਾਣੀ ਚੋਂ ਬਖਸ਼ੇ ਸਹਿਜ ਦੇ ਰਾਹੀਂ ਮਹਾਰਾਜ ਸਾਹਿਬ ਜੀ ਨੇ ਧਾਰਨ ਕੀਤੀਆਂ ਤੇ ਉਹ ਕਿਰਪਾਨ ਬਣ ਗਈ। ਕਿਰਪਾ ਆਨ, ਫਿਰ ਜਿੱਥੇ ਵੀ ਚੱਲੀ ਉਹਨੇ ਕਿਰਪਾ ਹੀ ਕੀਤੀ। ਕਿਰਪਾ ਕਿੱਦਾਂ ਦੀ ਕੀਤੀ? ਚੰਦੂ ਜਿਹੜਾ ਮਹਾਰਾਜ ਸਾਹਿਬ ਨੂੰ ਸ਼ਹੀਦ ਕਰਾ ਕੇ ਤੁਹਾਡੇ ਵਾਂਗੂ ਹੰਕਾਰ ਦੇ ਵਿੱਚ ਆਇਆ ਬੇਟਾ ਹੀ, ਤਾਂ ਕਹਿੰਦਾ ਮੈਂ ਸਿੱਖਾਂ ਦਾ ਗੁਰੂ ਸ਼ਹੀਦ ਕਰਾ ਲਿਆ। ਉਸ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾਈ ਸੱਚੇ ਪਾਤਸ਼ਾਹ ਜੀ ਨੇ, ਤੇ ਨਕੇਲ ਪਾ ਕੇ ਜੇ ਚੜ ਕੇ ਆਈ ਤੇ ਚੜ ਕੇ ਇਹਨੂੰ ਤੇਗ ਬਖਸ਼ੀ ਦੀਨ ਦਿਆਲ ਜੀ ਨੇ। ਪਰ ਇਹ ਨਹੀਂ ਕੀਤਾ ਵੀ ਜੇ ਹੁਣ ਚੰਦੂ ਨੇ ਮਹਾਰਾਜ ਸਾਹਿਬ ਜੀ ਦੇ ਉੱਤੇ ਤਸ਼ੱਦਦ ਕੀਤਾ, ਸ਼ਹੀਦ ਕਰਵਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ, ਤੇ ਸਾਰੇ ਹਿੰਦੂ ਖਤਮ ਕਰ ਦਈਏ। ਨਹੀਂ, ਏਦਾਂ ਨਹੀਂ। ਇੱਥੇ ਝੋਕਿਆਂ ਲਈ ਦੇ ਗਿਆ। ਜੇ 9ਵੇਂ ਸਰੂਪ ਦੇ ਕੋਲ ਆਏ ਪੰਡਤ, ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਜੰਜੂ ਜਾ ਰਿਹਾ, ਸੱਚੇ ਪਾਤਸ਼ਾਹ ਧੋਤੀ ਜਾਰੀ, ਬੋਧੀ ਜਾਰੀ ਆ, ਸਾਡੇ ਧਰਮ ਦੀ ਰੱਖਿਆ ਕਰੋ ਮਹਾਰਾਜ ਸਾਹਿਬ ਜੀਓ। ਤੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਦੀਨ ਦਿਆਲ ਜੀ ਨੇ। ਜਾਨ ਤੋਂ ਪਿਆਰੇ ਸਿੱਖ ਆ, ਇੱਕ ਦਾ ਬੰਦ ਕੱਟਿਆ ਗਿਆ, ਇੱਕ ਦਾ ਦੇਗ 'ਚ ਬਿਠਾਲ ਕੇ ਉਬਾਲ ਦਿੱਤਾ ਗਿਆ, ਇੱਕ ਨੂੰ ਰੂੰ 'ਚ ਲਪੇਟ ਕੇ ਸਾੜ ਦਿੱਤਾ ਗਿਆ। ਤੇ ਬਾਕੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਸ ਦਾ ਬਲਿਦਾਨ ਦੇਤਾ। ਧੜ ਦਾ ਸੰਸਕਾਰ ਦਿੱਲੀ 'ਚ ਹੁੰਦਾ, ਸੀਸ ਮਾਤਾ ਗੁਜਰ ਕੌਰ ਦੀ ਝੋਲੀ 'ਚ ਪੈਂਦਾ, ਤੇ ਮਹਾਰਾਜ ਸਾਹਿਬ ਜੀ ਨੇ ਸੀਸ ਵਾਰ ਕੇ ਧਰਮ ਦੀ ਰੱਖਿਆ ਕੀਤੀ। ਪਾਪੀਓ ਇਹ ਨਹੀਂ ਕੀਤਾ ਬਈ ਜੇ ਹੁਣ ਕਿਸੇ ਨਾਲ ਵਿਚਾਰਧਾਰਾ ਨਹੀਂ ਰਲਦੀ ਤਾਂ ਉਹਨੂੰ ਮਾਰ ਦਿਓ। ਜਿੱਦਾਂ ਤੁਸੀਂ ਦੁਨੀਆ 'ਚ 1.3 ਮਿਲੀਅਨ ਲੋਕ ਮਾਰੇ ਆ, ਏਦਾਂ ਨਹੀਂ ਕੀਤੀ। ਤੁਹਾਡੇ ਵਾਲਾ ਕੰਮ ਨਹੀਂ ਕੀਤਾ ਜਿੱਦਾਂ ਉਹ ਦਲਾਈ ਲਾਮਾ ਆ, ਉਹ ਭਾਰਤ 'ਚ ਸ਼ਰਨ ਲੈ ਕੇ ਬੈਠਾ, ਕਹਿੰਦਾ ਜੇ ਮੈਂ ਆਪਣੇ ਦੇਸ਼ 'ਚ ਰਿਹਾ ਉੱਥੇ ਨਾ ਅਧਰਮੀਆਂ ਦਾ ਰਾਜ ਆ, ਕਾਮਰੇਡਾਂ ਦਾ, ਕਮਿਊਨਿਸਟਾਂ ਦਾ, ਲਾਲ ਝੰਡੇ ਵਾਲਿਆਂ ਦਾ, ਇਹਨਾਂ ਨੇ ਮੈਨੂੰ ਮਾਰ ਦੇਣਾ, ਤੇ ਹਿੰਦੁਸਤਾਨ 'ਚ ਸ਼ਰਨ ਲੈ ਕੇ ਬੈਠਾ। ਇਹ ਕੰਮ ਨਹੀਂ ਕੀਤਾ। ਚੜ ਕੇ ਆਏ ਨੂੰ ਤੇਗ ਬਖਸ਼ੀ, ਝੁੱਕ ਕੇ ਆਏ ਨੂੰ ਦੇਗ ਬਖਸ਼ੀ। ਉਦੋਂ ਅੱਗੇ ਖੋਪੜ ਖੋਲ ਕੇ ਸੁਣ ਰੁਲਦੂ ਮਾਨਸਾ, ਜੇ ਇਹ ਹਿੰਦੂ ਇਸ ਗੱਲ ਨੂੰ ਭੁੱਲ ਗਏ ਕਿ ਮਹਾਰਾਜ ਸਾਹਿਬ ਨੇ ਕਿੱਡਾ ਵੱਡਾ ਪਰਉਪਕਾਰ ਕੀਤਾ ਆ, ਤੇ ਜਾ ਕੇ ਔਰੰਗੇ ਨਾਲ ਖੜੋ ਗਏ, ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਔਰੰਗੇ ਨਾਲ ਮਿਲ ਕੇ ਘੇਰ ਕੇ ਖੜੇ ਨੇ। ਤੇ ਮਹਾਰਾਜ ਸਾਹਿਬ ਜੀ ਨੇ ਦੱਸਣ ਦੇ ਲਈ ਕਿ ਇਹ ਧਰਮੀ ਨਹੀਂ ਨੇ, ਸਿਰਫ ਧਰਮ ਦਾ ਚੋਲਾ ਪਾ ਕੇ ਬੈਠੇ ਨੇ। ਜਿੱਦਾਂ ਅੱਜ ਤੁਸੀਂ ਬੈਠੇ ਹੋ, ਤੁਹਾਡੇ ਬੂਥਿਆਂ ਦੇ ਉੱਤੇ ਦਾੜੀਆਂ ਵੀ ਰੱਖੀਆਂ, ਸਿਰਾਂ ਦੇ ਉੱਤੇ ਤੁਸੀਂ ਪੱਗਾਂ ਵੀ ਬੰਨੀਆਂ ਹੋਈਆਂ, ਪਰ ਅੰਦਰੋਂ ਤੁਸੀਂ ਸਿੱਖਾਂ ਦੇ ਬੱਚਿਆਂ ਨੂੰ ਦੇਖ ਕੇ ਤੁਹਾਨੂੰ ਸੱਤੀ ਪੈਰੀ ਅੱਗ ਲੱਗ ਜਾਂਦੀ ਆ। ਤਦੇ ਕਰਕੇ ਤੁਹਾਡੇ ਜਦੋਂ ਪਿਛਾੜੇ ਲੱਗਦੀ ਅੱਗ ਦੇ ਵਿੱਚ ਤੁਸੀਂ ਬਕਵਾਸ ਕਰਦੇ ਹੋ ਸਿੱਖਾਂ ਦੇ ਬਾਰੇ। ਇਸੇ ਤਰੀਕੇ ਦੇ ਨਾਲ ਪਹਾੜੀ ਰਾਜੇ ਬੇਸ਼ੱਕ ਧਰਮ ਦਾ ਚੋਲਾ ਪਾਈ ਬੈਠੇ ਸੀ, ਪਰ ਧਰਮ ਕੋਲ ਨਹੀਂ ਸੀ। ਇਸ ਲਈ ਔਰੰਗੇ ਦੇ ਨਾਲ ਰਲ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਘੇਰ ਕੇ ਖੜੋ ਗਏ, ਤੇ ਨਾਲ ਔਰੰਗਾ ਵੀ ਧਰਮ ਦਾ ਚੋਲਾ ਜ਼ਰੂਰ ਪਾ ਕੇ ਬੈਠਾ, ਪਰ ਧਰਮੀ ਨਹੀਂ।
ਸੋ ਮਹਾਰਾਜ ਸਾਹਿਬ ਜੀ ਨੇ ਫਿਰ ਕਿਰਪਾ ਕੀਤੀ, ਨੰਗਿਆ ਕੀਤੇ ਤੇ ਹਿੰਦੂਆਂ ਨੂੰ ਗਾਂ ਦੀ ਸਹੁੰ ਚੁਕਾਈ, ਮੁਸਲਮਾਨਾਂ ਨੂੰ ਜਿਹੜਾ ਔਰੰਗਾ ਸੀ ਉਹਨੂੰ ਕੁਰਾਨੇ ਪਾਕ ਦੀ ਸਹੁੰ ਚੁਕਾਈ। ਤੇ ਇਹਨਾਂ ਨੇ ਧਰਮ ਦੀਆਂ ਖਾ ਕੇ ਸੌਹਾਂ ਜਦੋਂ ਸਤਿਗੁਰਾਂ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਪਿੱਠ ਦੇ ਉੱਤੇ ਵਾਰ ਕੀਤਾ, ਪਿੱਛੇ ਆ ਕੇ ਹਮਲਾ ਕੀਤਾ। ਬਿਲਕੁਲ ਉਵੇਂ ਹੀ ਜਿਵੇਂ ਤੁਸੀਂ ਕਾਮਰੇਡੋ ਜਦੋਂ ਪੰਜਾਬ ਤੋਂ ਤੁਰੇ ਸੀ, ਤੁਸੀਂ ਕਿਹਾ ਅਸੀਂ ਆਪਣੇ ਸਾਰੇ ਵੈਰ ਵਿਰੋਧ ਭੁਲਾ ਕੇ ਆਪਣੀਆਂ ਵਿਚਾਰਧਾਰਾਵਾਂ ਨੂੰ ਪਿੱਛੇ ਛੱਡ ਕੇ ਕੇਵਲ ਤੇ ਕੇਵਲ ਕਿਸਾਨ ਬਣ ਕੇ ਦਿੱਲੀ ਬੈਠਾਂਗੇ। ਪੰਜਾਬ ਦੇ ਸਿੱਖਾਂ ਨੇ ਸਾਰਾ ਕੁਝ ਛੱਡ ਕੇ ਉੱਥੇ ਇਮਾਨਦਾਰੀ ਦੇ ਨਾਲ ਤੁਹਾਡਾ ਸਾਥ ਦਿੱਤਾ, ਹਿੱਕ ਦੇ ਉੱਤੇ ਜ਼ੁਲਮਾਂ ਨੂੰ ਸਹਿ ਕੇ, ਕਿਉਂਕਿ ਤੁਹਾਡੇ ਤੇ ਗੋਡਿਆਂ 'ਚ ਲੱਪੇ ਸੀ ਦਰਦ ਹੁਣ। ਤੁਹਾਡਾ ਤੇ ਉਗਰਾਹਾਂ ਵਾਲਾ ਕਹਿੰਦਾ ਸੀ ਮੈਂ ਦਿੱਲੀ ਨੂੰ ਜਾਣਾ ਹੀ ਨਹੀਂ, ਤੇ ਇਹ ਸਿੱਖ ਹੀ ਸੀ ਜਿਨ੍ਹਾਂ ਨੇ ਸੀਨੇ ਦੇ ਤਸ਼ੱਦਦ ਝੱਲ ਕੇ ਤੁਹਾਨੂੰ ਦਿੱਲੀ ਪਹੁੰਚਾਇਆ। ਹਰਿਆਣੇ ਦੇ ਲੋਕ ਭਾਵੇਂ ਉਹਨਾਂ ਦੇ ਲੱਖ ਪੰਜਾਬ ਦੇ ਨਾਲ ਵਿਵਾਦ ਚੱਲਦੇ ਨੇ, ਵਿਵਾਦਾਂ ਤੋਂ ਉੱਪਰ ਉੱਠ ਕੇ ਭਰਾ ਬਣ ਕੇ ਦਿੱਲੀ ਨੂੰ ਤੁਰੇ ਤੇ ਜਾ ਕੇ ਤੁਹਾਨੂੰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬਿਠਾਲ ਦਿੱਤਾ। ਤੇ ਤੁਸੀਂ ਉਹ ਸਾਰੇ ਵਾਅਦੇ ਕਰਕੇ ਪੰਜਾਬ ਤੋਂ ਤੁਰੇ ਸੀ, ਦਿੱਲੀ ਸਟੇਜਾਂ ਮਿਲਦਿਆਂ ਸਾਰੀ ਤੁਸੀਂ ਕੁੱਤੇ ਵਾਂਗੂ ਭੌਂਕਣਾ ਸ਼ੁਰੂ ਕਰਤਾ। ਕਦੇ ਤੁਸੀਂ ਲੰਗਰ ਪ੍ਰਸ਼ਾਦਿਆਂ ਦੇ ਭੌਂਕੇ, ਕਦੇ ਤੁਸੀਂ ਸਿੱਖਾਂ ਦੇ ਉੱਤੇ ਕੀਰਤਨ ਦੇ ਉੱਤੇ ਭੌਂਕੇ, ਤੇ ਅੱਜ ਤੁਸੀਂ ਬਾਬਾ ਜਰਨੈਲ ਸਿੰਘ ਸਾਹਿਬ ਦੇ ਉੱਤੇ ਭੌਂਕਣ ਦੀ ਹਮਾਕਤ ਕੀਤੀ ਆ। ਇਸੇ ਤਰੀਕੇ ਨਾਲ ਉਹ ਸੀ, ਧਰਮ ਦਾ ਚੋਲਾ ਜ਼ਰੂਰ ਪਾਇਆ ਸੀ ਪਰ ਅਧਰਮੀ ਸੀ, ਕਿਉਂਕਿ ਸੱਚਾ ਮੁਸਲਮਾਨ ਕਦੇ ਕੁਰਾਨੇ ਪਾਕ ਦੀ ਝੂਠੀ ਸਹੁੰ ਨਹੀਂ ਖਾਂਦਾ, ਸੱਚਾ ਹਿੰਦੂ ਕਦੇ ਵੀ ਮਰਨੀ ਮਰ ਜੂਗਾ ਗਾਂ ਦੀ ਝੂਠੀ ਸਹੁੰ ਨਹੀਂ ਖਾਂਦਾ। ਤੇ ਉਹਨਾਂ ਅਧਰਮੀਆਂ ਨੇ ਮਹਾਰਾਜ ਸਾਹਿਬ ਜੀ ਦੇ ਪਿੱਠ ਦੇ ਉੱਤੇ ਹਮਲਾ ਕੀਤਾ। ਤੇ ਉਥੇ ਦੇਖ ਹੁਣ ਸਿੱਖਾਂ ਨੂੰ ਜਾਨਾਂ ਪਿਆਰੀਆਂ ਤੇ ਜਾਂ ਫਿਰ ਜਿਹੜਾ ਹੈਗਾ ਆ ਉਹ ਸਿਧਾਂਤ ਪਿਆਰੇ ਨੇ। ਹੋਰ ਵੀ ਅੱਜ ਬਹੁਤ ਸਾਰੇ ਤੁਹਾਡੇ ਚੇਲੇ ਬਾਲ ਕੇ ਫਿਰਦੇ ਜਿਹੜੇ ਕਹਿੰਦੇ ਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਿਧਾਂਤ ਛੱਡ ਦੇਣੇ ਚਾਹੀਦੇ ਆ। ਦੇਖ ਇਹ ਤਾਂ ਆਪਣੇ ਸਾਡੇ ਸਿਧਾਂਤ ਦੇਖ ਗੁਰੂ ਮਹਾਰਾਜ ਜੀ ਨੇ ਕਿਸ ਤਰ੍ਹਾਂ ਪ੍ਰਪੱਕ ਕਰਾਏ ਨੇ। ਸਵੇਰ ਦਾ ਸਮਾਂ ਹੋ ਗਿਆ ਨਿਤਨੇਮ ਦਾ, ਪਿੱਛੇ ਫੌਜ ਚੜੀ ਆ ਰਹੀ ਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵੇਰ ਦੇ ਨਿਤਨੇਮ ਦਾ ਦੀਵਾਨ ਸਜਾਉਂਦੇ ਨੇ। ਨਿਤਨੇਮ ਦੇ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਸਜਾਇਆ ਜਾਂਦਾ, ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਉਪਰੰਤ ਅਰਦਾਸ ਹੁੰਦੀ ਆ। ਅਰਦਾਸ ਦੇ ਵਿੱਚ ਇਹ ਨਹੀਂ ਰੁਲਦੂ ਰਾਮਾ ਕਿਹਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਕੱਲਾ ਸਿੱਖਾਂ ਦਾ ਭਲਾ। ਅਰਦਾਸ ਕੀਤੀ ਸੱਚੇ ਪਾਤਸ਼ਾਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉੱਥੇ ਵੀ ਸਰਬੱਤ ਦਾ ਭਲਾ ਮੰਗਿਆ ਤੇ ਆਪਣੇ ਸਿਧਾਂਤਾਂ ਨੂੰ ਜਿਹੜਾ ਸੀਗਾ ਬਰਕਰਾਰ ਰੱਖਣ ਦੇ ਲਈ ਬੇਅੰਤ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਤੇ ਦੀਨ ਦਿਆਲ ਜੀ ਨੇ ਇਹ ਨਹੀਂ ਕੀਤਾ ਵੀ ਇੱਥੇ ਸ਼ਹਾਦਤਾਂ ਹੋ ਰਹੀਆਂ ਤੇ ਸਿਧਾਂਤ ਛੱਡ ਦੇਣੇ ਆ, ਸਿਧਾਂਤ ਰੱਖ ਲੈ ਸਿੰਘ ਸ਼ਹੀਦ ਹੋ ਗਏ। ਉਦੋਂ ਅੱਗੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਲਾ ਛੱਡ ਕੇ ਚਲੇ ਗਏ ਤੇ ਪਾਪੀਆਂ ਨੂੰ ਵਹਿਮ ਹੋ ਗਿਆ ਤੇ ਇਹ ਕਹਿਤਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਕਿਲਾ ਖਾਲੀ ਕਰਵਾ ਲਿਆ। ਫਿਰ ਸਾਡਾ ਬਾਪੂ ਡਾਂਗ ਲੈ ਕੇ ਕੱਚੀ ਗੜੀ ਦੇ ਵਿੱਚ ਖਲੋ ਗਿਆ ਤੇ ਕਹਿੰਦਾ ਹੁਣ ਫਿਰ ਆਣ ਕੇ ਲੋਹਾ ਲੈ ਕੇ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਫੌਜ ਦੇ ਨਾਲ। ਉਵੇਂ ਹੀ ਵਹਿਮ ਪਾਲ ਲਿਆ ਜਿੱਦਾਂ ਕੁੱਤਿਓ ਕਾਮਰੇਡੋ ਤੁਹਾਨੂੰ ਹੋ ਗਿਆ ਵੀ ਅਸੀਂ ਸਟੇਜਾਂ ਤੇ ਚੜ ਗਏ ਆ ਤੇ ਖਰੇ ਅਸੀਂ ਜਿਹੜਾ ਹੈਗਾ ਵੀ ਉਹ ਬਾਕੀ ਧਰਮਾਂ ਨੂੰ ਹਰਾ ਲਿਆ। ਇਹ ਸਿਰਫ ਤੇ ਸਿਰਫ ਤੁਸੀਂ ਤਾਂ ਬੈਠੇ ਹੋ ਕਿਉਂਕਿ ਇੱਥੋਂ ਲੋਕ ਵਾਅਦਾ ਕਰਕੇ ਤੁਰੇ ਸੀਗੇ ਅਸੀਂ ਆਪਣੀਆਂ ਆਪਣੀਆਂ ਵਿਚਾਰਧਾਰਾਵਾਂ ਨੂੰ ਆਪਣੇ ਤੱਕ ਸੀਮਤ ਰੱਖ ਕੇ ਕਿਸਾਨ ਬਣ ਕੇ ਚੱਲੇ ਆ, ਪਰ ਤੁਸੀਂ ਵਹਿਮ ਪਾਲ ਕੇ ਬਹਿ ਗਏ ਹੋ। ਅੱਜ ਤੇ ਤੁਸੀਂ ਚਾਂਗਰਾ ਮਾਰਦੇ ਹੋ। ਜੇ ਤੁਹਾਡੀਆਂ ਕਰਤੂਤਾਂ ਕਾਰਨ ਕਦੇ ਮੋਰਚਾ ਫੇਲ ਹੋ ਗਿਆ ਤੇ ਤੁਹਾਡੀਆਂ ਚੀਕਾਂ ਨੂੰ ਜੱਗ ਸੁਣੂਗਾ। ਤੁਹਾਨੂੰ ਹਰਿਆਣਾ ਨਹੀਂ ਲੋਕਾਂ ਨੇ ਟੱਪਣ ਦੇਣਾ, ਬਸ਼ਰਮੋ ਕੋਈ ਅਕਲ ਨੂੰ ਹੱਥ ਮਾਰੋ। ਤੇ ਸਾਡੇ ਬਾਪੂ ਨੇ ਫਿਰ ਕੱਚੀ ਗੜੀ ਦੇ ਵਿੱਚ ਜਦੋਂ ਹੰਕਾਰੇ ਹੋਇਆਂ ਨੂੰ ਵੰਗਾਰਿਆ ਤੇ 10 ਲੱਖ ਦੀ ਫੌਜ ਆ। ਸਾਡੇ ਬਾਪੂ ਦੇ ਬਚਨ ਨੇ 1.25 ਲੱਖ ਸੇ ਏਕ ਲੜਾਊ ਤਬੇ ਗੋਬਿੰਦ ਸਿੰਘ ਨਾਮ ਕਹਾਊ। ਪਰ ਜਦੋਂ ਕਸਵੱਟੀ ਦਾ ਟਾਈਮ ਆਇਆ ਰੁਲਦੂ ਰਾਮਾ ਇਹ ਨਹੀਂ ਕੀਤਾ ਮਹਾਰਾਜ ਸਾਹਿਬ ਜੀ ਨੇ ਕਿ ਮੈਂ ਅੱਜ ਇੱਥੇ ਸਿੰਘਾਂ ਨੂੰ ਬਚਾਉਣਾ ਆ, ਨਹੀਂ। ਤੇ ਨਾ ਸਿੰਘਾਂ ਨੇ ਕਿਹਾ ਕਿ ਸਤਿਗੁਰੂ ਜਾਨ ਪਿਆਰੀ ਆ। ਪੰਜਾਂ ਦਾ ਜੱਥਾ 10 ਲੱਖ ਦੇ ਮੋਹਰੇ ਅੜਿਆ ਤੇ ਬਚਨ ਸੀਗੇ 1.25 ਲੱਖ ਦੇ ਨਾਲ ਇੱਕ ਲੜਾਉਣ ਦੇ। ਅੱਜ ਇੱਕ ਸਿੰਘ 2 ਲੱਖ ਨੂੰ ਘੇਰਾ ਪਾ ਕੇ ਵਾਢਾ ਪਾ ਰਿਹਾ ਤੇ ਜਿੱਦਾਂ ਜਿੱਦਾਂ ਸਿੰਘ ਸ਼ਹੀਦ ਹੋ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਸ਼ਹਾਦਤ ਨੂੰ ਪ੍ਰਾਪਤ ਕਰ ਰਹੇ ਨੇ ਤੇ ਸਾਡਾ ਬਾਪੂ ਖੁਸ਼ੀ ਦੇ ਜਕਾਰੇ ਲਾ ਰਿਹਾ, ਕਹਿੰਦਾ ਗੱਜ ਕੇ ਜਕਾਰਾ ਗਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ। ਇਹ ਨਹੀਂ ਕੀਤਾ ਵੀ ਕੋਈ ਸੋਗ ਪੈ ਗਿਆ ਵੀ ਸਿੰਘ ਸ਼ਹੀਦ ਹੋ ਗਏ, ਪੁੱਤਰ ਸ਼ਹੀਦ ਹੋ ਗਏ। ਤੇ ਜੇ ਸਾਡੇ ਬਾਪੂ ਨੇ ਨਹੀਂ ਸ਼ਹਾਦਤਾਂ ਦਾ ਕੋਈ ਸੋਗ ਮਨਾਇਆ ਤੇ ਕਦੀ ਖਾਲਸਾ ਪੰਥ ਨੇ ਵੀ ਨਹੀਂ ਮਨਾਇਆ। ਆ ਮੈਂ ਤੈਨੂੰ ਹੁਣ ਅੱਗੇ ਦੱਸਦਾ
ਸੱਚੇ ਪਾਤਸ਼ਾਹ ਜੀ ਨੇ ਐਸੇ ਜੰਗ ਦੇ ਜ਼ੋਰ ਦਿਖਾਲੇ ਕਿ ਪੂਰੀ ਕਾਇਨਾਤ ਵਿੱਚ ਦੂਜੀ ਐਗਜ਼ਾਮਪਲ ਨਹੀਂ ਕੋਈ ਮਿਲਦੀ। ਤੇ ਤਦੇ ਹੀ ਕਰਕੇ ਫਿਰ ਜਦੋਂ ਸੱਚੇ ਪਾਤਸ਼ਾਹ ਜੀ ਨੇ ਸੱਚ ਦੀ ਚਿੱਠੀ ਲਿਖੀ, ਜਫਰਨਾਮਾ ਲਿਖਿਆ, ਤੇ ਔਰੰਗਾ ਪੜ੍ਹ ਕੇ ਮੁੜ ਕੇ ਮੰਜੇ ਤੋਂ ਨਹੀਂ ਉੱਠਿਆ ਤੇ ਬੇਸ਼ਰਮੀ ਦੀ ਮੌਤ ਮਰਿਆ। ਉਵੇਂ ਹੀ ਜਿਵੇਂ ਅੱਜ ਸਾਡੇ ਬੱਚਿਆਂ ਦੇ ਚਿਹਰਿਆਂ ਦੇ ਨੂਰ ਦੇਖ ਕੇ ਅੱਜ ਤੁਸੀਂ ਤੜਫਦੇ ਹੋ ਤਾਂ ਬੇਸ਼ਰਮੋ ਰੋਜ਼ ਮਰਦੇ ਹੋ ਵੀ ਇੰਨੀ ਅਸੀਂ ਬਕਵਾਸ ਕਰਦੇ ਹਾਂ, ਇੰਨੇ ਅਸੀਂ ਇਹਨਾਂ 'ਚ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਿੱਖ ਫੇਰ ਚੜ੍ਹਦੀ ਕਲਾ 'ਚ ਨੇ, ਫੇਰ ਲੰਗਰ ਵਰਤਾਈ ਜਾਂਦੇ ਆ। ਉਦਾਂ ਹੀ ਔਰੰਗਾ ਬੇਸ਼ਰਮੀ ਦੀ ਮੌਤ ਮਰਿਆ। ਆਜੋ ਮੈਂ ਤੁਹਾਨੂੰ ਹੁਣ ਅੱਗੇ ਦੱਸਦਾ ਸਰਬੱਤ ਦੇ ਭਲੇ ਦੇ ਸਿਧਾਂਤ ਜਿਨ੍ਹਾਂ ਦੇ ਚਲੂਏ ਲੜਦੇ ਉਹ ਵੀ ਸੁਣ ਲੈਣ। ਅੱਗੇ ਜਦੋਂ ਅਬਦਾਲੀ ਆਉਂਦਾ, ਅਬਦਾਲੀ ਨੇ ਆਣ ਕੇ ਸਾਡੇ ਨਾਲ ਕੋਈ ਅਬਦਾਲੀ ਦੇ ਵੱਟ ਬੰਨੇ ਦਾ ਰੌਲਾ ਨਹੀਂ। ਅਬਦਾਲੀ ਆਇਆ ਤੇ ਅਬਦਾਲੀ ਨੇ ਆਣ ਕੇ ਇੱਥੋਂ ਦਾ ਧਨ ਦੌਲਤ ਲੁੱਟੀ ਹਿੰਦੁਸਤਾਨ ਦੀ, ਹਿੰਦੁਸਤਾਨ ਦੀਆਂ ਧੀਆਂ ਨੂੰ ਲੈ ਕੇ ਤੁਰਿਆ। ਉਹਨਾਂ ਧੀਆਂ ਦੀ ਅਰਦਾਸ ਨਿਕਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ। ਸੱਚੇ ਪਾਤਸ਼ਾਹ ਆਪ ਜੀ ਨੇ ਸਾਡੇ ਧਰਮ ਦੀ ਰੱਖਿਆ ਕੀਤੀ ਸੀ। ਅੱਜ ਆਪ ਜੀ ਦੇ ਖਾਲਸੇ ਦੇ ਅੱਗੇ ਸਾਡਾ ਤਰਲਾ ਹੈ, ਸੱਚੇ ਪਾਤਸ਼ਾਹ ਦਿਓ ਥਾਪੜਾ ਆਪਣੇ ਖਾਲਸੇ ਨੂੰ, ਸਾਡੀ ਪੱਤ ਦੀ ਰਾਖੀ ਆਪ ਜੀ ਦਾ ਖਾਲਸਾ ਕਰੇ ਸਤਿਗੁਰੂ ਸੱਚੇ ਪਾਤਸ਼ਾਹ, ਦਇਆ ਕਰੋ। ਫਿਰ ਸੱਚੇ ਪਾਤਸ਼ਾਹ ਨੇ ਧੀਆਂ ਦੇ ਸਿਰਾਂ ਦੇ ਉੱਤੇ ਰੱਖਿਆ ਹੱਥ ਤੇ ਉਹੀ ਸਿਧਾਂਤ, ਦਰ ਆਏ ਲਈ ਦੇ ਗਿਆ, ਝੁੱਕ ਕੇ ਆਏ ਲਈ ਦੇ ਗਿਆ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਜਿਹੜਾ ਅਬਦਾਲੀ ਚੜ ਕੇ ਆਇਆ ਉਹਦੇ ਲਈ ਤੇਗ ਆ, ਖਾਲਸੇ ਨੇ ਫਿਰ ਤੇਗ ਚੱਕੀ ਤੇ ਉਹਨਾਂ ਧੀਆਂ ਨੂੰ ਆਜ਼ਾਦ ਕਰਵਾਇਆ। ਇਸ ਦੇਸ਼ ਦੀ ਇੱਜ਼ਤ ਦੀ ਪੱਤ ਦੀ ਰਾਖੀ ਕੀਤੀ। ਭਾਵੇਂ ਅਬਦਾਲੀ ਬਾਅਦ ਦੇ ਵਿੱਚ ਉਹਨੇ ਬੇਅੰਤ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਆ ਕੇ ਕਬਜ਼ਾ ਕਰ ਲਿਆ ਤੇ ਅੰਮ੍ਰਿਤ ਸਰੋਵਰ ਨੂੰ ਵੀ ਪੂਰ ਦਿੱਤਾ। ਪਰ ਰੁਲਦੂ ਮਾਨ ਸਾਹਿਬ ਮਰਦਿਆਂ ਮਰਦਾਂ ਵਾਲੀ ਕੀਤੀ ਤੇ ਬਾਬਾ ਦੀਪ ਸਿੰਘ ਸਾਹਿਬ ਲਕੀਰ ਖਿੱਚ ਕੇ ਖੜ ਗਿਆ। ਕਹਿੰਦਾ ਏਸ਼ੀਆ ਦੀ ਸਭ ਤੋਂ ਵੱਡੀ ਪਾਵਰ ਆ, ਜਿਹਦੇ ਨਾਲ ਜੰਗ ਕਰਨਾ ਮੌਤ ਮਿਲਣੀ ਆ। ਜਿਹਨਾਂ ਨੂੰ ਮੌਤ ਪਿਆਰੀ ਆ ਉਹ ਲਕੀਰ ਦੇ ਇਸ ਪਾਸੇ ਆ ਜਾਓ, ਜਿਹਨਾਂ ਨੂੰ ਜਾਨ ਪਿਆਰੀ ਆ ਲਕੀਰ ਦੇ ਦੂਜੇ ਪਾਸੇ ਰੁਕ ਜਾਓ। ਤਾਂ ਦੇਖ ਰੁਲਦੂ ਰਾਮਾ ਸਾਡਾ ਇਤਿਹਾਸ, ਲਕੀਰ ਦੇ ਇਸ ਬੰਨੇ ਰਿਹਾ ਹੀ ਕੋਈ ਨਹੀਂ, ਸਾਰੇ ਲਕੀਰ ਟੱਪ ਕੇ ਦੂਜੇ ਪਾਸੇ ਆ ਗਏ ਤੇ ਜੰਗ ਦੇ ਮੈਦਾਨ ਦੇ ਵਿੱਚ ਜੂਝੇ। ਤੇ ਦੇਖ ਵੇ ਸਾਡੇ ਗੁਰੂ ਦੀ ਕਿਰਪਾ ਹੋਣੀ ਦਾ ਟਾਕਰਾ ਹੁੰਦਾ ਬਾਬਾ ਦੀਪ ਸਿੰਘ ਸਾਹਿਬ ਨਾਲ। ਤੇ ਬਾਬਾ ਦੀਪ ਸਿੰਘ ਸਾਹਿਬ ਦਾ ਸੀਸ ਕੱਟ ਕੇ ਕਹਿੰਦੀ ਆ, ਲੈ ਸਿੰਘਾ ਮੈਂ ਤੇਰੇ ਬਚਨ ਨਹੀਂ ਪੂਰੇ ਹੋਣ ਦਿੱਤੇ, ਤੇਰੇ ਬਚਨ ਸੀ ਮੈਂ ਸ਼੍ਰੀ ਦਰਬਾਰ ਸਾਹਿਬ ਜਾ ਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਭੇਟ ਕਰੂੰਗਾ, ਪਰ ਮੈਂ ਤੇਰੀ ਅਰਦਾਸ ਨਹੀਂ ਪੂਰੀ ਹੋਣ ਦਿੱਤੀ। ਫਿਰ ਸਾਡੇ ਬਾਪੂ ਦੀ ਵਰਤੀ ਉੱਥੇ ਕਿਰਪਾ, ਦੀਨ ਦਿਆਲ ਜੀ ਨੇ ਇੱਕ ਹੱਥ ਖੰਡਾ ਫੜਾਤਾ ਸਿੰਘ ਦੇ, ਇੱਕ ਹੱਥ ਸੀਸ, ਤੇ ਬੈਰੀਆਂ ਦੇ ਆਉ ਲਾਉਂਦਾ ਹੋਇਆ ਬਾਬਾ ਦੀਪ ਸਿੰਘ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਪਹੁੰਚਿਆ ਤੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸੀਸ ਭੇਟ ਕੀਤਾ। ਤੇ ਜਿਹੜਾ ਅਸੀਂ ਮਰਦਾਂ ਵਾਂਗ ਆਪਣੇ ਗੁਰੂ ਘਰ ਯਾਦ ਕਰਵਾਏ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿਨ੍ਹਾਂ ਹੱਥਾਂ ਦੇ ਨਾਲ ਇਹਨਾਂ ਨੇ ਅੰਮ੍ਰਿਤ ਸਰੋਵਰ ਨੂੰ ਪੂਰਿਆ ਸੀ ਉਹਨਾਂ ਹੱਥਾਂ ਦੇ ਨਾਲ ਹੀ ਫਿਰ ਮਿੱਟੀ ਕਢਵਾਈ। ਜਿਵੇਂ ਅੱਜ ਕੁੱਤਿਓ ਕਾਮਰੇਡੋ ਤੁਸੀਂ ਉਹ ਜਿਨ੍ਹਾਂ ਹੱਥਾਂ ਨਾਲੇ ਗੰਢਾ ਦਿੰਦੇ ਪਏ ਹੋ, ਮਹਾਰਾਜ ਸਾਹਿਬ ਜੀ ਕਿਰਪਾ ਕਰਨ ਇਹਨਾਂ ਬੂਥਿਆਂ ਨਾਲ ਤੁਹਾਡੇ ਕੋਲ ਖਿਲਾਵਾਂਗੇ। ਅੱਗੇ ਚੱਲ ਮੈਂ ਤੈਨੂੰ ਇਤਿਹਾਸ ਸੁਣਾਉਣਾ। ਸਾਡੀਆਂ ਧੀਆਂ ਇਹ ਮਾਈ ਭਾਗੋ ਦੀਆਂ ਵਾਰਸਾਂ, ਦੀਨ ਦਿਆਲ ਜੀ ਕਿਰਪਾ ਕਰਨ, ਇਹ ਮੀਰ ਮੰਨੂ ਦੀ ਜਿਹੜੀ ਆ ਕੈਦ ਦੇ ਵਿੱਚ ਮਣਾ ਮਣ ਕੱਚਾ ਆਟਾ ਪੀ ਰਹੀਆਂ ਨੇ ਤੇ ਪਾਣੀ ਦਾ ਇੱਕ ਇੱਕ ਪਿਆਲਾ ਦਿੱਤਾ ਜਾਂਦਾ ਬਸ, ਤੇ ਲਾਗੇ ਬੱਚੇ ਦੁੱਧ ਤੋਂ ਭੁੱਖੇ ਤੜਫ ਰਹੇ ਨੇ ਤੇ ਧੀਆਂ ਸਾਰਾ ਦਿਨ ਉਹ ਕੱਚਾ ਪੀਣ ਪੀਂਦੀਆਂ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਤੋਂ ਬਾਅਦ ਅਰਦਾਸ ਕਰਦੀਆਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਆਪ ਜੀ ਦੇ ਭਾਣੇ ਦੇ ਵਿੱਚ ਦਿਨ ਆਇਆ ਸੀ, ਸੁੱਖਾਂ ਦਾ ਬਤੀਤ ਹੋਇਆ। ਸੱਚੇ ਪਾਤਸ਼ਾਹ ਰਾਤ ਆਈ ਆ, ਆਪ ਜੀ ਦੇ ਭਾਣੇ ਵਿੱਚ ਸੁੱਖਾਂ ਦੀ ਬਤੀਤ ਹੋਵੇ ਸੱਚੇ ਪਾਤਸ਼ਾਹ। ਤੇ ਜ਼ਾਲਮ ਬੈਠਾ ਤੜਫਦਾ ਆ, ਕਹਿੰਦਾ ਮੈਂ ਇੰਨੀ ਤਸ਼ੱਦਦ ਢਾਈ, ਇਹ ਫੇਰ ਮੁੜ ਕੇ ਆਨੰਦ ਚਿੱਤ ਨੇ ਤੇ ਕਹੀ ਜਾਂਦੀਆਂ ਦਿਨ ਸੁੱਖ ਦਾ ਬਤੀਤ ਹੋਇਆ। ਤੇ ਇਹਨਾਂ ਧੀਆਂ ਦੇ ਛਾਤੀਆਂ ਦੇ ਉੱਤੇ ਪੱਥਰ ਰੱਖ ਦਿੰਦਾ, ਕਹਿੰਦਾ ਆਪੀ ਸਾਰੀ ਰਾਤ ਪੱਥਰ ਥੱਲੇ ਦੱਬੀਆਂ ਰਹਿਣਗੀਆਂ ਤੇ ਬੱਚੇ ਨੂੰ ਦੁੱਧ ਨਾ ਪਿਲਾ ਸਕਣਗੀਆਂ, ਫੇਰ ਦੇਖਾਂਗਾ ਸਵੇਰ ਨੂੰ ਕੀ ਅਰਦਾਸ ਕਰਦੀਆਂ। ਅਗਲਾ ਦਿਨ ਚੜ੍ਹਦਾ, ਧੀਆਂ ਸਾਡੀਆਂ ਫਿਰ ਅਰਦਾਸ ਕਰਦੀਆਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨਿਤਨੇਮ ਦੇ ਉਪਰੰਤ ਅਰਦਾਸ ਆ, ਆਪ ਜੀ ਦੇ ਭਾਣੇ ਵਿੱਚ ਰਾਤ ਆਈ ਸੀ, ਸੁੱਖਾਂ ਦੀ ਬਤੀਤ ਹੋਈ ਆ। ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਦਿਨ ਆਇਆ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਤੇ ਹਾਕਮ ਤਖਤਾਂ ਦੇ ਬੈਠਾ ਬੌਂਦਲ ਗਿਆ, ਜਿੱਦਾਂ ਅੱਜ ਤੁਸੀਂ ਸਟੇਜਾਂ ਤੇ ਚੜ੍ਹ ਕੇ ਬੌਂਦਲੇ ਪਏ ਹੋ।
ਕੋਈ ਸਟੇਜ ਦੇ ਉੱਤੇ ਸਿੱਖਾਂ ਦੇ ਕੋਈ ਬਾਹਲਾ ਬੋਲਬਾਲਾ ਨਹੀਂ, ਬੋਲਬਾਲਾ ਸਾਰੇ ਕਾਮਰੇਡ ਲਾਣੇ ਤੁਸੀਂ ਉੱਥੇ ਬੈਠੇ ਹੋ, ਪਰ ਤੁਹਾਡੇ ਫੇਰ ਵੀ ਬਾਰ-ਬਾਰ ਲਾਲ ਨੀਕਰਾਂ ਦੇ ਥੱਲੇ ਅੱਗ ਬਲ ਰਹੀ ਆ। ਕਿਉਂ? ਕਿਉਂਕਿ ਤੁਹਾਨੂੰ ਇਹ ਆ ਕਿ ਸਿੱਖਾਂ ਦੇ ਬੱਚਿਆਂ ਦੇ ਵਿੱਚ ਇਹ ਆਨੰਦ ਕਿਉਂ ਬਣਿਆ ਹੋਇਆ, ਜਿੱਦਾਂ ਉਧਰ ਹਾਕਮ ਦੇ ਵਿੱਚ ਜਿਹੜਾ ਆ ਉਹ ਅੱਗ ਲੱਗੀ ਪਈ ਆ ਵੀ ਸਿੱਖਾਂ ਦੇ ਬੱਚਿਆਂ 'ਚ ਇਹਨਾਂ ਆਨੰਦ ਕਿਵੇਂ, ਉਵੇਂ ਹੀ ਤੁਹਾਡੇ ਅੱਜ ਅੱਗ ਲੱਗੀ ਪਈ ਆ। ਤੇ ਫੇਰ ਹਾਕਮ ਕਹਿੰਦਾ ਇਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਇਹਨਾਂ ਦੇ ਗਲਾਂ ਵਿੱਚ ਪਾ ਦਿਓ। ਫੇਰ ਦੇਖਦਾ ਕੀ ਅਰਦਾਸ ਕਰਦੀਆਂ, ਤੇ ਸਾਡੀਆਂ ਮਾਵਾਂ ਦਾ ਇਤਿਹਾਸ ਪੜ੍ਹ ਲਈ ਰੁਲਦੂ। ਅਰਦਾਸ ਕੀਤੀ, ਧੰਨ ਹੈ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਆਪ ਜੀ ਨੇ 4 ਵਾਰ ਕੇ ਕਿਹਾ ਸੀ, 4 ਮੋਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਅੱਜ ਸਾਡੇ ਕੋਲ ਇੱਕ ਸੀ ਸੱਚੇ ਪਾਤਸ਼ਾਹ, ਆਪ ਜੀ ਦੇ ਦਿੱਤੇ ਹੋਏ ਬਲ ਦੇ ਨਾਲ ਬੱਚੇ ਨੇ ਸ਼ਹਾਦਤ ਦੇ ਜਾਮ ਪੀਤੇ ਨੇ, ਤੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਨਾਲ ਆਪ ਜੀ ਦੇ ਭਾਣੇ ਵਿੱਚ ਹਾਂ। ਕੋਟਾਨ ਕੋਟ ਸ਼ੁਕਰ ਹੈ ਗੁਰੂ ਕਲਗੀਧਰ ਪਾਤਸ਼ਾਹ ਜੀਓ। ਤੇ ਵੈਰੀ ਜਿਹੜਾ ਤਖਤਾਂ ਦੇ ਪਿਆ ਤੜਫਣ ਡਿਆ, ਜਿੱਦਾਂ ਤੁਸੀਂ ਅੱਜ ਤੜਫਦੇ ਪਏ ਹੋ। ਅੱਗੇ ਆ ਮੈਂ ਤੈਨੂੰ ਇਤਿਹਾਸ ਦੱਸਦਾ। ਹੁਣ ਬਾਬਾ ਇਤਿਹਾਸ ਤੇ ਇੰਨਾ ਲੰਮਾ ਆ ਰੁਲਦੂ, ਮੇਰੀ ਸੁਣਾਉਂਦੇ ਦੀ ਉਮਰ ਲੰਘ ਜਾਣੀ ਆ, ਤੇਰੇ ਤੇ ਤੇਰੇ ਪੋਤਰਿਆਂ ਤੱਕ ਦੀ ਸੁਣਦਿਆਂ ਦੀ ਨਿਕਲ ਜਾਣੀ ਆ। ਇਤਿਹਾਸ ਨਹੀਂ ਮੁੱਕਣਾ। ਪਰ ਮੈਂ ਤੈਨੂੰ ਆ ਜਾ ਬਾਬਾ ਜਰਨੈਲ ਸਿੰਘ ਸਾਹਿਬ ਜਿਨ੍ਹਾਂ ਦੇ ਖਿਲਾਫ ਤੂੰ ਭੌਂਕਿਆ ਆ ਮੈਂ ਤੈਨੂੰ ਉਹਨਾਂ ਦਾ ਇਤਿਹਾਸ ਦ੍ਰਿੜ ਕਰਵਾਵਾਂ। ਇੱਕ ਪਾਸੇ ਇਹ ਹਿੰਦੂ ਲੋਕ ਇਹ ਗੱਲ ਕਹਿ ਰਹੇ ਨੇ ਕਿ ਬਾਬਾ ਜਰਨੈਲ ਸਿੰਘ ਸਾਹਿਬ ਜੀ ਜਿਹੜੇ ਨੇ ਉਹ ਹਿੰਦੂਆਂ ਦੇ ਵੈਰੀ ਨੇ, ਅੱਤਵਾਦੀ ਨੇ, ਵੱਖਵਾਦੀ ਨੇ। ਦੂਜਾ ਜੇ ਕਪੂਰਥਲੇ ਦੇ ਵਿੱਚ ਦੂਜੇ ਪਾਸੇ ਬਾਬਾ ਜਰਨੈਲ ਸਿੰਘ ਸਾਹਿਬ ਜੀ ਨੇ, ਜੇ ਕਪੂਰਥਲੇ ਵਿੱਚ ਕਿਤੇ ਗੀਤਾ ਦੀ ਬੇਅਦਬੀ ਹੁੰਦੀ ਆ 10,000 ਰੁਪਇਆ ਦੇ ਕੇ ਕਹਿੰਦੇ ਨੇ ਤਕੜੇ ਹੋ ਕੇ ਕੇਸ ਲੜੋ, ਕਿਸੇ ਵੀ ਧਾਰਮਿਕ ਗ੍ਰੰਥ ਦਾ ਜਿਹੜਾ ਅਪਮਾਨ ਆ ਬਰਦਾਸ਼ਤ ਨਹੀਂ। ਜੇ ਬਾਬਾ ਅਮਰੀਕ ਸਿੰਘ ਸਾਹਿਬ, ਬਾਬਾ ਠਾਰਾ ਸਿੰਘ ਸਾਹਿਬ ਜੇਲ੍ਹ 'ਚ ਜਾਂਦੇ ਨੇ, ਬਾਹਰ ਹਿੰਦੂਆਂ ਦਾ ਜ਼ੋਰ ਲੱਗਾ ਪਿਆ ਕਿ ਕਿਸੇ ਤਰੀਕੇ ਦੇ ਨਾਲ ਅੰਦਰ ਵੱਧ ਤੋਂ ਵੱਧ ਇਹਨਾਂ ਤੇ ਤਸ਼ੱਦਦ ਹੋਵੇ, ਤੇ ਉਹ ਇਹਨਾਂ ਨੂੰ ਅੱਤਵਾਦੀ ਤੇ ਵੱਖਵਾਦੀ ਦੇ ਖਿਤਾਬ ਵੰਡ ਰਹੇ ਨੇ। ਤੇ ਇਹ ਗੁਰਮੁਖ ਪਿਆਰੇ ਗੁਰੂ ਸਿਧਾਂਤ ਤੇ ਪਹਿਰਾ ਦਿੰਦੇ ਹੋਏ, ਜਿੱਥੇ ਗੁਰਦੁਆਰਾ ਸਾਹਿਬ ਦੀ ਮੁਰੰਮਤ ਕਰਵਾਉਂਦੇ ਨੇ, ਉੱਥੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਦ੍ਰਿੜ ਰੱਖਦੇ ਹੋਏ ਉੱਥੇ ਨਾਲ ਦੀ ਨਾਲ ਮੰਦਿਰ ਦੀ ਵੀ ਮੁਰੰਮਤ ਕਰਵਾਉਂਦੇ ਹੋਏ, ਮੁਰੰਮਤ ਜਿਹੜੀ ਆ ਉਹਦਾ ਕੰਮ ਕਰਵਾਉਂਦੇ ਨੇ ਤੇ ਮੰਦਿਰ ਦੀ ਉਸਾਰੀ ਕਰਵਾਉਂਦੇ ਨੇ। ਇਹ ਆ ਸਿੱਖਾਂ ਦਾ ਇਤਿਹਾਸ। ਅੱਗੇ ਆ ਮੈਂ ਤੈਨੂੰ ਇਖਲਾਕੀ ਜੰਗ ਦੱਸਦਾ ਹੁਣ ਬਾਬਾ ਜਰਨੈਲ ਸਿੰਘ ਸਾਹਿਬ ਦੀ ਜਿੱਤ ਕਿਵੇਂ, ਤੇ ਇੰਦਰਾ ਗਾਂਧੀ ਦੀ ਤੇ ਤੁਹਾਡੇ ਹਰਕ੍ਰਿਸ਼ਨ ਸੁਰਜੀਤ ਦੀ ਹਾਰ ਕਿਵੇਂ। ਅੱਜ ਭਾਜਪਾ ਦੇ ਮੰਤਰੀ ਵੀ ਇਹ ਗੱਲ ਮੰਨਦੇ ਨੇ, ਜਿਹੜੇ ਆਰਐਸਐਸ ਦੇ ਮੈਂਬਰ ਉਹ ਵੀ ਇਹ ਗੱਲ ਮੰਨਦੇ ਨੇ ਕਿ ਇੰਦਰਾ ਗਾਂਧੀ ਨੂੰ ਹਰਕ੍ਰਿਸ਼ਨ ਸੁਰਜੀਤ ਦੀ ਪੂਰੀ ਸ਼ਹਿ ਸੀ, ਤੇ ਇਹ ਹਮਲਾ ਇਹਨਾਂ ਦੀ ਸ਼ਹਿ ਤੇ ਹੋਇਆ। ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਬਾਬਾ ਜਰਨੈਲ ਸਿੰਘ ਸਾਹਿਬ ਜੀ ਦੇ ਬਚਨ ਸੀ ਕਿ ਜਿੰਨਾ ਚਿਰ ਜਿਉਂਦਾ ਹਾਂ ਇੱਥੋਂ ਫੜ ਕੇ ਨਹੀਂ ਲਿਜਾ ਸਕਦੇ, ਗੁਰੂ ਸਾਹਿਬ ਦੀ ਕਿਰਪਾ ਆ। ਤੇ ਜਦੋਂ ਸਰੀਰ 'ਚ ਸਵਾਸ ਨਾ ਰਹੇ ਫਿਰ ਇਹ ਸਰੀਰ ਨਾਲ ਸੰਬੰਧ ਕੋਈ ਨਹੀਂ, ਮਿੱਟੀ ਦੀ ਮੋਠੇ ਦਾ ਜੋ ਮਰਜ਼ੀ ਕਰ ਲਿਓ। ਤੇ ਕਿ ਇੰਦਰਾ ਗਾਂਧੀ ਜਿਉਂਦੇ ਜੀ ਫੜ ਕੇ ਲੈ ਗਈ ਸੀ। ਇੱਕ ਬਚਨ ਐਸਾ ਦੱਸੀ ਰੁਲਦੂ ਮਾਨਸਾ ਜਿੱਥੋਂ ਮਹਾਂਪੁਰਸ਼ਾਂ ਨੇ ਕਦੀ ਪੈਰ ਪਿੱਛੇ ਹਟਾਇਆ ਹੋਵੇ, ਤੇ ਆਪਣੀ ਜ਼ਿੰਦਗੀ ਦਾ ਮੈਨੂੰ ਸਿਰਫ ਇੱਕ ਉਹ ਦੱਸਦੀ ਬੋਲ ਜਿਹੜਾ ਅੱਜ ਤੱਕ ਤੁਸੀਂ ਕਾਮਰੇਡਾਂ ਨੇ ਕਦੀ ਪਗਾਇਆ ਹੋਵੇ। ਮਹਾਂਪੁਰਸ਼ਾਂ ਦੇ ਇਹ ਮਹਾਂਪੁਰਸ਼ਾਂ ਦੀ ਸ਼ਹਾਦਤ ਦੀ ਦੇਣ ਆ ਕਿ ਅੱਜ ਕੱਲ ਇੰਦਰਾ ਗਾਂਧੀ ਇਹ ਗੱਲ ਕਹਿੰਦੀ ਸੀ ਕਿ ਸੰਤਾ ਮੋਰਚਾ ਤਾਂ ਲਾ ਕੇ ਬਹਿ ਗਿਆ, ਪਰ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ ਦੇਖ ਲੈ ਕੀ ਬਣੂਗਾ। ਅੱਜ ਸਾਡੇ ਸਿੱਖ ਕਹਿੰਦੇ ਨੇ ਹਿੰਦੁਸਤਾਨ ਦੀ ਧਰਤੀ ਤੇ ਸਾਡੇ ਉੱਤੇ ਜ਼ੁਲਮ ਢਾਲੋਗੇ, ਪਰ ਜਿਹੜੇ ਹਿੰਦੁਸਤਾਨ ਤੋਂ ਬਾਹਰ ਸਿੱਖ ਬੈਠੇ ਨੇ ਉਹ ਸਾਡੇ ਨਾਲ ਖੜੇ ਨੇ। ਤਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅੱਜ ਵੀ ਭਾਈ ਰਵੀ ਸਿੰਘ ਦੇ ਰੂਪ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਸੇਵਾਵਾਂ ਚੱਲ ਰਹੀਆਂ ਨੇ, ਤੇ ਲੋਕ ਦੇਖ ਕੇ ਕਹਿੰਦੇ ਨੇ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਿੰਘ ਆ ਗਏ। ਜੇ ਹੁਣ ਕਿਤੇ ਵੀ ਜ਼ੁਲਮ ਦੇ ਵਿੱਚ ਸਾਨੂੰ ਕਿਸੇ ਚੀਜ਼ ਦੇ ਸਹਾਰੇ ਦੀ ਲੋੜ ਪੈ ਗਈ, ਇਹਨਾਂ ਸਿੰਘਾਂ ਨੇ ਸਾਡਾ ਸਾਥ ਦੇਣਾ। ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਰੁਲਦੂ ਬਾਬਾ ਜਰਨੈਲ ਸਿੰਘ ਸਾਹਿਬ ਜੀ ਜਿਹੜੇ ਸਿਧਾਂਤ ਦ੍ਰਿੜ ਕਰਵਾਏ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਵਾਲੇ, ਉਸੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਜਦੋਂ ਅੱਜ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਦੀਆਂ ਧੀਆਂ ਤੇ ਭੀੜ ਬਣੀ, ਤੇ ਅੱਜ ਇਹ ਕੱਲ ਦੀਆਂ ਗੱਲਾਂ ਨੇ, ਉਹਨਾਂ ਧੀਆਂ ਨੂੰ ਅਸੀਂ ਕਸ਼ਮੀਰ ਦੇ ਵਿੱਚ ਉਹਨਾਂ ਦੇ ਇਕੱਲੀ ਦੇ ਘਰੇ ਛੱਡ ਕੇ ਆਂਦਾ। ਇਹ ਨਹੀਂ ਕਿਹਾ ਕਿ ਇਹਨਾਂ ਮੁਸਲਮਾਨ ਔਰੰਗੇ ਦੇ ਨਾਲ ਸਾਡਾ ਕੋਈ ਜਿਹੜਾ ਸੀ ਉਹਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਇਆ ਤੇ ਉਹਦੇ ਨਾਲ ਸਾਡਾ ਕੋਈ ਵੈਰ ਸੀ, ਕਿਉਂਕਿ ਜਿਹੜਾ ਚੜ ਕੇ ਆਇਆ ਸੀ ਦੇਗ ਉਹਨੂੰ ਦਿੱਤੀ, ਤੇ ਜਿਹੜੀਆਂ ਧੀਆਂ ਝੋਕੇ ਉਹਨਾਂ ਨੂੰ ਅਸੀਂ ਦੇਗ ਵਰਤਾਈ ਆ। ਸੋ ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਇੱਥੇ ਸ਼ਹਾਦਤ ਦਾ ਮਤਲਬ ਇਹ ਨਹੀਂ ਕਿ ਮਰ ਗਿਆ ਜਿੱਦਾਂ ਤੁਹਾਡੇ ਆ, ਇੱਥੇ ਸ਼ਹਾਦਤ ਦਾ ਮਤਲਬ ਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸੱਚਖੰਡ ਵਿੱਚ ਜਗ੍ਹਾ ਪੱਕੀ ਕਰਨੀ।
ਤੇ ਕੱਲ ਵੀ ਸਾਨੂੰ ਜਿਹੜਾ ਸੀਗਾ ਉਹ ਅੰਮ੍ਰਿਤ ਛਕਾਉਣ ਵੇਲੇ ਇਹ ਗੱਲ ਨਹੀਂ ਕਹੀ ਜਾਂਦੀ ਵੀ ਤੁਹਾਨੂੰ ਆ ਜਾਂ ਆ ਦਵਾਂਗੇ। ਪਹਿਲਾਂ ਪੁੱਛਿਆ ਜਾਂਦਾ ਸਿਰ ਦਓਗੇ ਧਰਮ ਲਈ, ਜਦੋਂ ਕਹਿੰਦੇ ਹਾਂ ਦਵਾਂਗੇ ਫਿਰ ਅੰਮ੍ਰਿਤ ਦੀ ਦਾਤ ਮਿਲਦੀ ਆ। ਹੁਣ ਤੁਹਾਡੇ ਚੇਲੇ ਬਾਲਕੇ ਦੇ ਮਿਰਚਾਂ ਬਹੁਤ ਲੱਗਣੀਆਂ ਤੇ ਲਾਪਣਾ ਕਰਨ ਬਾਦਲ ਨੇ ਅੰਮ੍ਰਿਤ ਛਕ ਕੇ ਏਦਾਂ ਕੀਤੀ ਸੀ। ਵਾਅਦਾ ਦੇ ਕਿਹੜਾ ਕੀਤਾ ਜਾਂਦਾ, ਹੁਣ ਵਾਅਦੇ ਤੇ ਪਹਿਰਾ ਕਿਹਨੇ ਦੇਣਾ ਕਿਹਨੇ ਨਹੀਂ ਦੇਣਾ ਇਹ ਉਹਨਾਂ ਤੇ ਹੁੰਦਾ। ਬਾਬਾ ਜਰਨੈਲ ਸਿੰਘ ਸਾਹਿਬ ਪਹਿਰਾ ਦੇ ਕੇ ਸ਼ਹਾਦਤ ਦਾ ਮਹਾਨ ਜਾਮ ਪੀਤਾ, ਤੇ ਜਿਹਦੇ ਪਿੱਛੇ ਪੰਜਾਬ ਦੇ ਵਿੱਚ ਤੂੰ 25,000 ਕਹਿਣਾ, ਮੈਂ ਤੇ ਕਹਿੰਦਾ ਘਰ ਘਰ ਦੇ ਵਿੱਚ ਬੱਚੇ ਸ਼ਹਾਦਤਾਂ ਦੇਣ ਨੂੰ ਤਿਆਰ ਬੈਠੇ ਸੀ। ਤੇ ਦੂਸਰੇ ਪਾਸੇ ਬਾਦਲ ਆ ਜਿਹੜਾ ਵਾਅਦਾ ਕਰਕੇ ਮੁੱਕਰ ਗਿਆ। ਜਿੱਦਾਂ ਅੱਜ ਪੰਜਾਬ ਤੋਂ ਤੁਰ ਲੱਗੇ ਨੇ, ਤੁਸੀਂ ਵਾਅਦਾ ਕੀਤਾ ਸੀ, ਉੱਥੇ ਹਰਿਆਣੇ ਵਾਲੇ ਵੀਰਾਂ ਨੇ ਆਪਣਾ ਵਾਅਦਾ ਪਗਾਤਾ, ਯੂਪੀ ਵਾਲਿਆਂ ਨੇ ਵਾਅਦਾ ਪਗਾਤਾ, ਬਿਹਾਰ ਵਾਲਿਆਂ ਨੇ ਪਗਾਤਾ, ਰਾਜਸਥਾਨ ਵਾਲਿਆਂ ਨੇ ਪਗਾਤਾ, ਪਰ ਤੁਸੀਂ ਕੁੱਤਿਓ ਕਾਮਰੇਡੋ ਸਟੇਜ ਤੇ ਚੜ੍ਹਦਿਆਂ ਸਾਰੀ ਕੀਤੇ ਵਾਅਦੇ ਭੁੱਲ ਗਏ ਤੇ ਤੁਸੀਂ ਆਪਣੀਆਂ ਉਹ ਲਾਲ ਨਿਕਰਾਂ ਟੰਗ ਲਈਆਂ ਵੀ ਸਾਡੇ ਲਾਲ ਝੰਡੇ ਨੂੰ ਕਰੇ ਵੋਟਾਂ ਪੈ ਜਾਣਗੀਆਂ। ਪੰਜਾਬ ਦੇ ਵਿੱਚ ਦੋ ਬੀਬੀਆਂ ਨੇ, ਇੱਕ ਬਾਦਲ ਦੀ ਨੌਂ ਤੇ ਦੂਜੀ ਤੁਹਾਡੀ ਸੋਨੀਆ ਮਾਨ, ਜਿਹੜੀ ਆਪਣੀਆਂ ਵੋਟਾਂ ਪੱਕੀਆਂ ਕਰਨ ਵਾਲੇ ਲੱਗੀ ਆ। ਉਹ ਕਹਿੰਦੀ ਸਾਰੀਆਂ ਸ਼ਹਾਦਤਾਂ ਭੁੱਲ ਕੇ ਮੇਰਾ ਸਹੁਰਾ ਬਾਦਲ ਇਹਨੇ ਜੇਲ੍ਹ ਕੱਟੀ ਤੇ ਵੋਟਾਂ ਮੈਨੂੰ ਪਾ ਦਿਓ। ਤੇ ਤੁਹਾਡੀ ਸੋਨੀਆ ਮਾਨ ਕਹਿੰਦੀ ਸਾਰੀਆਂ ਕੁਰਬਾਨੀਆਂ ਕਿਸਾਨਾਂ ਦੀਆਂ ਭੁੱਲ ਜਾਓ, ਉਹ ਮੇਰੇ ਪੇ ਨੂੰ ਹੀ ਜਿਹੜਾ ਹੈਗਾ ਸ਼ਹੀਦ ਮੰਨ ਲਓ ਤੇ ਵੋਟਾਂ ਮੈਨੂੰ ਪਾ ਦਿਓ। ਇੰਨੀ ਕੁ ਔਕਾਤ ਆ ਤੁਹਾਡੀ। ਤੇ ਜੇ ਹੁਣ ਕਿਸੇ ਕਾਮਰੇਡ ਦੇ ਮਿਰਚਾਂ ਲੜਦੀਆਂ ਹੁਣ ਤੇ ਸਾਨੂੰ ਜਦੋਂ ਮਰਜ਼ੀ ਫੋਨ ਕਰ ਸਕਦਾ। ਤੇ ਇੱਕ ਦੋ ਸਵਾਲ ਨੇ ਤੁਹਾਡੇ ਲਈ, ਕਾਮਰੇਡੋ ਅਖੌਤੀਓ, ਕਹਿੰਦੇ ਹੋ ਅਸੀਂ ਕਾਮਰੇਡੀ ਵਿਚਾਰਧਾਰਾ ਸਮਾਜਵਾਦੀ ਵਿਚਾਰਧਾਰਾ ਤਾਂ ਅਸੀਂ ਜਾਤ ਪਾਤ ਨੂੰ ਨਹੀਂ ਮੰਨਦੇ। ਸਾਡੇ ਗਲਾਂ ਦੇ ਵਿੱਚ ਪਾਵੇ ਸੀ, ਜੇ ਪਾਵੇ ਲਹਾ ਕੇ ਕਿਸੇ ਨੇ ਬਰਾਬਰਤਾ ਹੀ ਬਖਸ਼ੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ। ਅੱਜ ਵੀ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਕਿਸੇ ਲਈ ਪਿਆਲਾ ਵੱਖਰਾ ਨਹੀਂ, ਅਸੀਂ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਛਕਦੇ ਹਾਂ। ਪਰ ਤੁਸੀਂ ਤੁਹਾਨੂੰ ਜਿਹਨੂੰ ਆਪਣਾ ਨਾ ਭਗਤ ਸਿੰਘ ਬਣਾ ਕੇ ਬੈਠੇ ਹੋ, ਪਤਾਮਾ ਬਣਾ ਕੇ ਬੈਠੇ ਹੋ, ਬਲਦੇਵ ਮਾਨ ਗੋਦ ਦਾ ਹੰਕਾਰ ਨਹੀਂ ਸੀ ਲਾ ਹੋਇਆ, ਜਾਤ ਦਾ ਹੰਕਾਰ ਨਹੀਂ ਲਾ ਹੋਇਆ, ਤੇ ਪਿੱਛੇ ਮਾਨ ਲਾ ਕੇ ਫਿਰਦਾ ਸੀ। ਤੇ ਉਹਦੀ ਧੀ ਸੋਨੀਆ ਮਾਨ ਵੀ ਆਪਣੇ ਆਪ ਨੂੰ ਮਾਨ ਕਹਾਉਂਦੀ ਆ, ਉਹ ਵੀ ਜਾਤ ਦਾ ਨਾਮ ਪਿੱਛੇ ਲਾ ਕੇ ਬੈਠੀ। ਪਹਿਲੇ ਉਹਨਾਂ ਦੇ ਪਿੱਛੇ ਜਾਤਾਂ ਲਵਾ ਲਓ, ਉਦੋਂ ਬਾਅਦ ਦੇ ਵਿੱਚ ਵੇਖਿਓ ਵੀ ਅਸੀਂ ਸਮਾਜਵਾਦੀ ਆ। ਅੱਗੇ ਤੁਹਾਡੀ ਸਮਾਜਵਾਦੀ ਲਹਿਰ ਜਿਹੜੀ ਆ, ਤੁਸੀਂ ਕਹਿੰਦੇ ਹੋ ਅਸੀਂ ਜਿਹੜੀ ਸਮਾਜ 'ਚ ਬਰਾਬਰਤਾ ਹੀ ਲਿਆਉਣੀ ਆ, ਲੋਕਾਂ ਦੀਆਂ ਖੋਣ ਨੂੰ ਫਿਰਦੇ ਹੋ। ਜਿਹਦੇ ਕੋਲ 10 ਕਿੱਲੇ ਉਹਦੇ ਕੋਲ ਖੋਲੋ, ਜਿਹਦੇ ਕੋਲ 18 ਕਿੱਲੇ ਉਹਦੇ ਕੋਲ ਖੋਲੋ, ਆਪਣੀਆਂ ਕਦੋਂ ਮੰਡਣੀਆਂ। ਰੌਲਦੂ ਮਾਨਸਾ ਜਿਹੜੇ ਤੇਰੇ ਭੱਠੇ ਦੇ ਕੰਮ ਕਰਦੇ ਕਿ ਉੱਥੇ ਸਮਾਜਵਾਦੀ ਵਿਚਾਰਧਾਰਾ ਅਨੁਸਾਰ ਬਰਾਬਰਤਾ ਹੈਗੀ ਆ? ਕੀ ਉੱਥੇ ਤੂੰ ਜਿਹੜੇ ਬਾਕੀਆਂ ਨੂੰ ਬਰਾਬਰਤਾ ਦੇ ਹੱਕ ਦਿੱਤੇ ਆ? ਤੂੰ ਏਸੀ 'ਚ ਬੈਠਾ ਹੁੰਨਾ, ਤੇਰੇ ਪੁੱਤ ਤੇਰੇ ਪੋਤਰੇ ਏਸੀ 'ਚ ਬੈਠੇ ਹੁੰਦੇ ਆ, ਤੇ ਗਰੀਬ ਉੱਥੇ ਇੱਟਾਂ ਪੱਥਦੇ ਆ ਸਾਰਾ ਦਿਨ, ਉਹਨਾਂ ਨੂੰ 350-400 ਰੁਪਈਆ ਦਿਹਾੜੀ, ਤੇ ਤੁਸੀਂ ਮੋਟਾ ਮਾਵਾ ਛਕਦੇ ਹੋ ਉੱਥੋਂ। ਉਦੋਂ ਨਹੀਂ ਤੁਹਾਨੂੰ ਚੇਤੇ ਆਉਂਦਾ ਵੀ ਸਾਡੀ ਸਮਾਜਵਾਦੀ ਵਿਚਾਰਧਾਰਾ ਕਿ ਜਿੰਨੀ ਤੇਰੇ ਉਗਰਾਹਾਂ ਵਾਲੇ ਕੋਲ ਜ਼ਮੀਨ ਆ ਉਨੀ ਪਿੰਡ ਦੇ ਵਿੱਚ ਬਾਕੀਆਂ ਕੋਲ ਹੈਗੀ ਆ, ਕਿ ਜਿੱਦਾਂ ਦੀ ਕੋਠੀ ਸੋਨੀਆ ਮਾਨ ਦੀ ਉਦਾਂ ਦੀ ਬਾਕੀਆਂ ਦੀ ਹੈਗੀ ਆ। ਤੁਹਾਡਾ ਜਿਹੜਾ ਮਨਿੰਦਰ ਉਹ ਮਾਲੀ ਬਕਵਾਸ ਕਰ ਰਿਹਾ ਕਿ ਉਹ ਦੱਸ ਸਕਦਾ ਕਿ ਉਹਨੇ ਅੱਜ ਤੱਕ ਸਮਾਜ ਲਈ ਚੰਗਾ ਕੀ ਕੀਤਾ। ਭਾਈ ਰਵੀ ਸਿੰਘ ਦੇ ਖਿਲਾਫ ਤੇ ਬਹੁਤ ਭੌਂਕਿਆ, ਚੰਗਾ ਕੀ ਕੀਤਾ ਸਮਾਜ ਲਈ? ਹੁਣ ਮੈਨੂੰ ਇਹਨਾਂ ਸਵਾਲਾਂ ਦੇ ਜਵਾਬ ਵੀ ਦੇ ਦਿਓ। ਤੇ ਜੇ ਕਿਸੇ ਦੇ ਖੁਰਕ ਆਉਂਦੀ ਹੋਊਗੀ ਤਾਂ ਨਾ ਮਲਕੀਤ ਸਿੰਘ ਹੁਣੀ ਬਦਲੇ ਅਗੇ ਨਾ ਏਕਨੂਰ ਬਦਲਿਆ, ਜਦੋਂ ਮਰਜ਼ੀ ਫੋਨ ਲਾ ਲਿਓ ਤਾਂ ਗੱਲ ਕਰ ਲਿਓ। ਸੋ ਇਹ ਹਿਸਾਬ ਲਾ ਲਾ, ਤੇਰੇ ਪੈਂਦੀਆਂ ਜੁੱਤੀਆਂ ਨੇ ਤੈਨੂੰ ਦੱਸ ਦਿੱਤਾ ਕਿ ਬਾਬਾ ਜਰਨੈਲ ਸਿੰਘ ਸਾਹਿਬ ਅੱਜ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਆ, ਤੇ ਉਹਨੇ ਧੜਕਣ ਹੀ ਰਹਿਣਾ ਆ। ਤੇ ਬਾਕੀ ਕਿਸੇ ਵੀ ਗੁਰੂ ਘਰ ਜਾ ਕੇ ਦੇਖ ਲਈ, ਪਹਿਲੇ ਨੰਬਰ ਤੇ ਫੋਟੋ ਤੈਨੂੰ ਬਾਬਾ ਜਰਨੈਲ ਸਿੰਘ ਸਾਹਿਬ ਜੀ ਦੀ ਲੱਗੀ ਮਿਲੂਗੀ, ਕਿਉਂਕਿ ਮਹਾਰਾਜ ਦੀ ਕਿਰਪਾ ਦੇ ਨਾਲ ਉਸ ਪਿਆਰੇ ਦਾ ਜਸ ਦੁਨੀਆ ਦੇ ਵਿੱਚ ਜਿਵੇਂ ਜਿਵੇਂ ਸਮਾਂ ਵੱਧ ਰਿਹਾ ਹੋਰ ਵੱਧ ਰਿਹਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਤਿਕਾਰਯੋਗ ਖਾਲਸਾ ਜੀ, ਉਹ ਇੱਕ ਦੋ ਬੇਨਤੀਆਂ ਕਰਨੀਆਂ ਸਨ। ਪਹਿਲਾਂ ਤਾਂ ਆਪਾਂ ਇਸ ਗੱਲ ਤੇ ਵਿਚਾਰ ਕਰਨੀ ਸੀ ਵੀ ਜਿਹੜੇ ਕਿਸਾਨ ਨੇ ਉਹ ਬੜੇ ਔਖੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ। ਜ਼ਮੀਨ ਕਿਸਾਨ ਦੀ ਮਾਂ ਹੁੰਦੀ ਆ, ਤੇ ਅੱਜ ਉਸੇ ਜ਼ਮੀਨ ਨੂੰ ਬਚਾਉਣ ਦੇ ਲਈ ਉਹ ਜ਼ਾਲਮ ਹਕੂਮਤ ਦੇ ਖਿਲਾਫ ਸੰਘਰਸ਼ ਕਰ ਰਹੇ ਨੇ। ਤੇ ਉਦੋਂ ਹਾਲਾਤ ਹੋਰ ਵੀ ਜ਼ਿਆਦਾ ਦਰਦਨਾਕ ਹੋ ਜਾਂਦੇ ਨੇ, ਦੁਖਦਾਈ ਹੋ ਜਾਂਦੇ ਨੇ, ਜਦੋਂ ਆਪਾਂ ਦੇਖਦੇ ਹਾਂ ਵੀ ਜਦੋਂ ਅਸੀਂ ਗੋਰਿਆਂ ਦੇ ਗੁਲਾਮ ਸਾਂ ਉਦੋਂ ਇਹ ਇਦਾਂ ਦੇ ਹੀ ਕੁਝ ਖੇਤੀ ਕਾਨੂੰਨ ਮਾਰੂ ਕਾਨੂੰਨ ਬਣੇ, ਜਿਨ੍ਹਾਂ ਤੋਂ ਨਿਜਾਤ ਪਾਉਣ ਦੇ ਲਈ ਤਕਰੀਬਨ 9 ਮਹੀਨੇ ਮੋਰਚਾ ਚੱਲਿਆ।
ਤੇ ਅੱਜ ਜਿਸ ਦੇਸ਼ ਵਿੱਚ ਅਸੀਂ ਆਪਣੇ ਆਪ ਨੂੰ ਆਜ਼ਾਦ ਮੰਨਦੇ ਹਾਂ, ਜਿਸ ਦੇਸ਼ ਦੇ ਵਿੱਚ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਜਾਂਦਾ ਆ, ਅੱਜ ਉਸ ਦੇਸ਼ ਦੇ ਵਿੱਚ ਚਾਹੇ ਉਹ ਪੰਜਾਬ ਦਾ ਕਿਸਾਨ ਹੋਵੇ, ਹਰਿਆਣੇ ਦਾ ਕਿਸਾਨ ਹੋਵੇ, ਯੂਪੀ ਦਾ ਹੋਵੇ, ਬਿਹਾਰ ਦਾ ਹੋਵੇ, ਰਾਜਸਥਾਨ ਦਾ ਹੋਵੇ, ਜਾਂ ਹਿੰਦੁਸਤਾਨ ਦੇ ਕਿਸੇ ਵੀ ਹੋਰ ਜਿਹੜਾ ਪ੍ਰਦੇਸ਼ ਦਾ ਹੋਵੇ, ਉਹ ਸਾਰੇ ਦੇ ਸਾਰੇ ਉੱਥੇ ਰਲ ਮਿਲ ਬੈਠ ਕੇ ਸੰਘਰਸ਼ ਕਰ ਰਹੇ ਨੇ। ਤੇ ਇਹ ਜ਼ਾਲਮ ਹਕੂਮਤ ਜਿਹੜੀ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦੇ ਰਹੀ ਸੀ, ਇਹਦੀ ਧੌਣ ਦੇ ਵਿੱਚ ਐਸਾ ਕੀਲਾ ਅੜਿਆ ਹੋਇਆ ਬਈ 9 ਮਹੀਨੇ ਪੂਰੇ ਹੋਣ 'ਚ ਹੁਣ ਬਹੁਤਾ ਕੋਈ ਟਾਈਮ ਨਹੀਂ ਰਹਿ ਗਿਆ। ਸੋ ਸਮਝ ਨਹੀਂ ਆਉਂਦੀ ਉਸ ਗੋਰਿਆਂ ਦੇ ਰਾਜ ਨੂੰ ਚੰਗਾ ਕਹੀਏ ਜਾਂ ਇਹਨਾਂ ਦੇ ਰਾਜ ਨੂੰ ਮਾੜਾ ਕਹੀਏ, ਕਿਉਂਕਿ ਸੰਘਰਸ਼ ਉਹਨਾਂ ਨਾਲੋਂ ਲੰਬੇਰਾ ਖਿੱਚਦਾ ਹੋਇਆ ਨਜ਼ਰ ਆ ਰਿਹਾ। ਖੈਰ, ਜਦੋਂ ਇੰਨੇ ਔਖੇ ਹਾਲਾਤਾਂ ਦੇ ਵਿੱਚ ਕਿਸਾਨ ਸੰਘਰਸ਼ ਕਰ ਰਹੇ ਨੇ, ਤਾਂ ਉੱਥੇ ਵੀ ਇਹ ਕੁੱਤੇ ਕਾਮਰੇਡ ਬਕਵਾਸਬਾਜ਼ੀ ਕਰਨ ਤੋਂ, ਘਿਨਾਉਣੀਆਂ ਚਾਲਾਂ ਤੋਂ ਬਾਜ਼ ਨਹੀਂ ਆਉਂਦੇ। ਪਹਿਲਾਂ ਵੀ ਇਹਨਾਂ ਨੇ ਇੱਕ ਵਾਰੀ ਘਿਨਾਉਣੀ ਹਰਕਤ ਕੀਤੀ, ਜਦੋਂ 400-450 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਸੀ।